ਸ਼੍ਰੀ ਰਾਗ ਮਹੱਲਾ ਤੀਜਾ। ਜਗ ਹਉ ਮੈਂ ਮੈਲ ਦੁਖ ਪਾਇਆ, ਮਲ ਲਾਗੀ ਦੂਜੈ ਭਾਏ। ਮਲ ਹਉ ਮੈਂ ਧੋਤੀ ਕਿਵੇਂ ਨਾ ਉਤਰੈ, ਜੇ 100 ਤੀਰਥ ਨਹਾਏ। ਬਹੁ ਬਿਧ ਕਰਮ ਕਮਾਵੰਦੇ, ਦੂਣੀ ਮਲ ਲਾਗੀ ਆਏ। ਪੜੀਐ ਮੈਲ ਨ ਉਤਰੈ, ਪੁੱਛੋ ਗਿਆਨੀਆਂ ਜਾਏ। ਮਨ ਮੇਰੇ ਗੁਰ ਸ਼ਰਨ ਆਵੈ ਤਾਂ ਨਿਰਮਲ ਹੋਏ। ਮਨ ਮੁਖ ਹਰ ਹਰ ਕਰ ਥਕੇ, ਮੈਲ ਨਾ ਸਕੀ ਧੋਏ। ਰਹਾਉ ਮਨ ਮੈਲੈ ਭਗਤ ਨਾ ਹੋਵਈ, ਨਾਮ ਨ ਪਾਇਆ ਜਾਏ। ਮਨ ਮੁਖ ਮੈਲੈ ਮੈਲੇ ਮੂਏ, ਮਨ ਮੁਖ ਮੈਲੇ ਮੈਲੇ ਮੂਏ। ਜਾਸਨ ਪਤ ਗਵਾਏ, ਗੁਰ ਪ੍ਰਸਾਦੀ ਮਨ ਵਸੈ। ਮਲ ਹਉਮੈ ਜਾਏ ਸਮਾਏ, ਜਿਉ ਅੰਧੇਰੈ ਦੀਪਕ ਬਾਲੀਐ, ਤਿਉ ਗੁਰ ਗਿਆਨ ਅਗਿਆਨ ਤਜਾਏ। ਹਮ ਕੀਆ ਹਮ ਕਰੇਂਗੇ, ਹਮ ਮੂਰਖ ਗਾਵਾਰ। ਕਰਨੈ ਵਾਲਾ ਵਿਸਰਿਆ, ਦੂਜੈ ਭਾਏ ਖੁਆਰ। ਕਰਨੈ ਵਾਲਾ ਵਿਸਰਿਆ, ਦੂਜੈ ਭਾਏ ਪਿਆਰ। ਮਾਇਆ ਜੀਵੜ ਦੁਖ ਨਹੀਂ, ਸਭ ਭਵ ਥਕੇ ਸੰਸਾਰ। ਗੁਰਮਤੀ ਸੁਖ ਪਾਈਐ, ਸਚ ਨਾਮ ਉਰਤਾਰ। ਜਿਸਨੂੰ ਮੇਲੇ ਸੋ ਮਿਲੈ, ਹਉ ਤਿਸ ਬਲਿਹਾਰੈ ਜਾਉ। ਇਹ ਮਨ ਭਗਤੀ ਰਤਿਆਂ, ਸਚ ਬਾਣੀ ਨਿਜ ਥਾਉ। ਮਨ ਰਤੇ ਜਿਹਵਾ ਰਤੀ, ਮਨ ਰਤੇ ਜਿਹਵਾ ਰਤੀ। ਹਰ ਗੁਣ ਸਾਚੇ ਗਾਉ, ਨਾਨਕ ਨਾਮ ਨਾ ਵਿਸਰੈ, ਸੱਚੇ ਮਾਹੇ ਸਮਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਹਾਜ਼ਰਾ ਹਜ਼ੂਰ ਸ਼ਬਦ ਗੁਰੂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕੋਟਾਨ ਕੋਟਾਨ ਬਖਸ਼ਿਸ਼ ਤੇ ਕਿਰਪਾ ਦੇ ਨਾਲ ਹਰ ਰੋਜ਼ ਜੋ ਫੇਸਬੁੱਕ ਲਾਈਵ ਆਡੀਓ ਦੇ ਮਾਧਿਅਮ ਦੇ ਰਾਹੀਂ ਲੜੀਵਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਕਥਾ ਜੋ ਨਿਰੰਤਰ ਆਪ ਜੀ ਕੇ ਸਨਮੁਖ ਲੈ ਕੇ ਹਾਜ਼ਰ ਹੋ ਰਹੇ ਹਾਂ ਗਲੋਬਲ ਗੁਰਬਾਣੀ ਵਿਚਾਰ ਦੇ ਮੰਚ ਤੋਂ, ਤਾਂ ਕਿ ਰਲ ਮਿਲ ਕੇ ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ ਦੇ ਮਹਾਂ ਉਪਦੇਸ਼ਾਂ ਦੇ ਮੁਤਾਬਕ ਰਲ ਮਿਲ ਕੇ ਸਤਿਗੁਰੂ ਗੁਰਦੇਵ ਜੀ ਦੇ ਪਾਵਨ ਉਪਦੇਸ਼ਾਂ ਨੂੰ ਜੀਵਨ ਦੇ ਵਿੱਚ ਵਸਾ ਕੇ ਆਪਣੇ ਮਨ ਉਤਰੋਂ ਹਉਮੈ ਦੀ ਮੈਂ ਮੇਰੀ ਦੀ ਮੈਲ ਉਤਾਰ ਕੇ ਗੁਰੂ ਜੀ ਦੇ ਦੱਸੇ ਹੋਏ ਰਸਤੇ ਤੇ ਚੱਲਣ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਕਿ ਇਹ ਮਨ ਚੰਚਲ ਹੈ ਜੋ ਮੈਲ ਨਾਲ ਭਰਿਆ ਪਿਆ ਹੈ, ਇਹਦੇ ਉੱਪਰੋਂ ਮੈਲ ਉਤਰ ਜਾਵੇ ਤੇ ਇਹ
परिपूर्ण परमात्मा वाहिगुरू वांगू ही ਇਹਦਾ ਸੁਭਾਅ ਬਣ ਜਾਵੇ। ਇਹ ਨਿਰਮਲ ਸੁਭਾਅ ਨੂੰ ਲੈ ਕੇ ਆਪਣੇ ਇਸ ਜੀਵਨ ਦੇ ਸਫ਼ਰ ਨੂੰ ਸੁਖਾਲਾ, ਸੋਹਣਾ ਤੇ ਗੁਰੂ ਦੇ ਪਿਆਰ ਦੇ ਵਿੱਚ ਜੋੜ ਸਕੇ। ਕਿਉਂਕਿ ਜਿਹੜਾ ਗੁਰਮਤਿ ਦਾ ਮਾਰਗ ਆ ਨਾ, ਜੋ ਸਤਿਗੁਰ ਦਾ ਰਸਤਾ ਹੈ, ਇਸ ਮਾਰਗ ਦੇ ਉੱਤੇ ਪਖੰਡ, ਕਰਮਕਾਂਡ, ਬੇਈਮਾਨੀ, ਧੋਖਾ, ਕਪਟ ਨਹੀਂ ਚੱਲਦਾ। ਇਸ ਰਸਤੇ ਦੇ ਉੱਤੇ ਚੱਲਦਾ ਹੈ ਤੇ ਉਹ ਪਿਆਰ ਆ, ਉਹ ਪ੍ਰੀਤ ਆ। ਸੋ ਅਸੀਂ ਰੋਜ਼ਾਨਾ ਇਹੀ ਕੋਸ਼ਿਸ਼ ਕਰ ਰਹੇ ਹਾਂ ਕਿ ਆਪਾਂ ਰਲ ਮਿਲ ਕੇ ਗੁਰਮਤਿ ਨੂੰ ਜਾਣੀਏ, ਗੁਰੂ ਸ਼ਬਦ ਨੂੰ ਸਮਝੀਏ, ਤਾਂ ਕਿ ਜਿਹੜੇ ਸਾਡੇ ਪਾਤਸ਼ਾਹ ਕੇਵਲ ਤਾਂ ਕੇਵਲ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਨੇ, ਅਸੀਂ ਹੋਰ ਕਿਸੇ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਮੰਨਦੇ ਹੀ ਨਹੀਂ। ਤੋ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਗੁਰੂ ਜੀ ਦੀ ਵਿਚਾਰ ਕਰਕੇ ਆਪਣੇ ਜੀਵਨ ਨੂੰ ਸਫਲ ਕਰਨਾ ਹੈ। ਸੋ ਇਸੇ ਤਹਿਤ ਹੀ ਸਵੇਰ ਦੇ ਟਾਈਮ ਉੱਤੇ ਰੋਜ਼ਾਨਾ 8 ਵਜੇ ਲੜੀਵਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਕਥਾ ਲੈ ਕੇ ਹਾਜ਼ਰ ਹੋ ਰਹੇ ਹਾਂ, ਜਿਹਦੇ ਵਿੱਚ ਸ਼੍ਰੀ ਰਾਗ ਤੋਂ ਵਿਚਾਰ ਪ੍ਰਾਰੰਭ ਕੀਤੀ ਗਈ ਹੈ, ਜਿਸ ਵਿੱਚ ਹੁਣ ਤੱਕ ਸ਼੍ਰੀ ਰਾਗ ਦੇ 63 ਨੰਬਰ 63 ਨੰਬਰ ਸ਼ਬਦ ਤੱਕ ਆਪਾਂ ਵਿਚਾਰ ਕਰ ਚੁੱਕੇ ਹਾਂ। ਅੱਜ ਦਾ ਜਿਹੜਾ ਸ਼ਬਦ ਆਪ ਜੀ ਨੇ ਹੁਣੇ ਸਰਵਣ ਕੀਤਾ ਹੈ, ਇਹ ਪਾਵਨ ਸ਼ਬਦ 64 ਨੰਬਰ ਸ਼ਬਦ ਆ ਸ਼੍ਰੀ ਰਾਗ ਜੀ ਦੇ ਵਿੱਚੋਂ, ਤੇ ਸਾਹਿਬ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਪਾਵਨ ਰਸਨਾ ਤੋਂ ਮੁਖਾਰਬਿੰਦ ਤੋਂ ਉਚਾਰਨ ਹੋਇਆ ਹੈ, ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ ਨੰਬਰ 39 ਦੇ ਉੱਤੇ 39 ਦੇ ਉੱਤੇ ਸੁਭਾਇਮਾਨ ਹੈ। ਸ਼ਬਦ ਦੇ ਕੁੱਲ 4 ਬੰਦ ਨੇ, ਇੱਕ ਬੰਦ ਰਹਾਉ ਦਾ ਹੈ। ਅੱਜ ਦੇ ਪਾਵਨ ਸ਼ਬਦ ਵਿੱਚ ਸਤਿਗੁਰੂ ਜੀ ਨੇ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਸਾਡੇ ਵਰਗੇ ਭੁੱਲੜ ਮਨੁੱਖਾਂ ਨੂੰ ਕਿ ਦੇਖ, ਇਹ ਮਨ ਦੀ ਮੱਤ ਪਿੱਛੇ ਲੱਗਣ ਵਾਲੇ ਮਨੁੱਖ, ਜੇ ਤੂੰ ਗੁਰੂ ਜੀ ਦੇ ਗਿਆਨ ਨੂੰ ਵਿਸਾਰ ਕੇ ਗੁਰੂ ਦੀ ਮੱਤ ਉੱਤੇ ਚੱਲਣ ਦੀ ਬਜਾਏ ਤੂੰ ਮਨ ਮੱਤ ਦੇ ਰਸਤੇ ਨੂੰ ਅਪਣਾਇਆ ਹੋਇਆ ਹੈ, ਚੇਤਾ ਰੱਖੀ ਇਹਦੇ ਨਾਲ ਤੇਰਾ ਹਿਰਦਾ, ਤੇਰਾ ਮਨ ਨਿਰਮਲ ਨਹੀਂ ਹੋਣਾ, ਸਗੋਂ ਇਸ ਚੀਜ਼ ਦੇ ਨਾਲ ਤੇਰੇ ਉੱਤੇ ਬੇਅੰਤ ਵਿਕਾਰਾਂ ਦੀ ਮੈਲ ਚੜ੍ਹ ਜਾਣੀ। ਤੇ ਜੇ ਤੂੰ ਆਪਣੇ ਮਨ ਨੂੰ ਨਿਰਮਲ ਕਰਨਾ ਚਾਹੁੰਦਾ ਹੈ, ਇਸ ਮੈਲ ਦੀ, ਵਿਕਾਰਾਂ ਦੀ ਮੈਲ ਤੋਂ ਬਚਣਾ ਚਾਹੁੰਦਾ ਹੈ, ਤੇ ਸਭ ਕਹਿੰਦੇ ਫਿਰ ਪਤਾ ਕੀ ਕਰ, ਗੁਰੂ ਦੀ ਸ਼ਰਨ ਵਿੱਚ ਆ, ਭਾਵ ਗੁਰੂ ਜੀ ਦੇ ਸ਼ਬਦ ਨਾਲ ਆਪਣੇ ਜੀਵਨ ਨੂੰ ਜੋੜ। ਸੋ ਆਓ ਅੱਜ ਦੇ ਪਾਵਨ ਗੁਰੂ ਜੀ ਦੀ ਸ਼ਬਦ ਦੀ ਵਿਚਾਰ ਨਾਲ ਜੁੜੀਏ। ਅੱਜ ਦਾ ਪਾਵਨ ਸ਼ਬਦ ਦਾ ਰਹਾਉ ਦੇ ਬੰਦ ਤੋਂ ਵਿਚਾਰ ਪ੍ਰਾਰੰਭ ਕਰਨ ਲੱਗੇ ਹਾਂ। ਸਭ ਕਹਿੰਦੇ ਮਨ ਮੇਰੇ ਗੁਰੂ ਸ਼ਰਨ ਆਵੈ ਤਾਂ ਨਿਰਮਲ ਹੋਵੈ। ਬਿਲਕੁਲ ਸਾਫ ਸੁਥਰੇ ਬਚਨਾਂ ਦੇ ਵਿੱਚ ਪਾਤਸ਼ਾਹ ਜੀ ਨੇ ਗੱਲ ਕਲੀਅਰ ਕਰ ਦਿੱਤੀ ਹੈ। ਕਹਿੰਦੇ ਹੇ ਮੇਰੇ ਮਨ, ਮਨ ਮੇਰੇ ਗੁਰੂ ਸ਼ਰਨ ਆਵੈ। ਜੇ ਮੇਰੇ ਮਨ ਤੂੰ ਗੁਰੂ ਜੀ ਦੀ ਸ਼ਰਨ ਵਿੱਚ ਆ ਜਾਵੇਂ। ਹੁਣ ਸ਼ਰਨ ਆਉਣ ਦਾ ਅਰਥ ਪਤਾ ਕੀ ਹੈ? ਸ਼ਰਨ ਆਉਣ ਦਾ ਅਰਥ ਹੈ ਸਮਰਪਣ ਕਰਨਾ। ਕਿਸੇ ਦੀ ਆਪਾਂ ਜਦੋਂ ਸ਼ਰਨ ਵਿੱਚ ਜਾਂਦੇ ਹਾਂ, ਸ਼ਰਨ ਵਿੱਚ ਜਾਣ ਦਾ ਮਤਲਬ ਹੈ ਕਿ ਉੱਥੇ ਹੁਣ ਆਪਣੀ ਨਹੀਂ ਚਲਾਉਣੀ, ਹੁਣ ਅਗਲੇ ਦੀ ਸੁਣਨੀ ਹੈ। ਭਾਵੇਂ ਕਿੰਨਾ ਵੀ ਮਨ ਆਖੇ ਭਾਈ ਇੱਥੇ ਮੇਰੀ ਮਰਜ਼ੀ ਮੁਤਾਬਕ ਚੱਲਣਾ ਚਾਹੀਦਾ, ਪਰ ਆਪਾਂ ਰੋਕਦੇ ਹਾਂ ਆਪਣੇ ਮਨ ਨੂੰ, ਓਏ ਕਮਲਿਆ ਤੂੰ ਕਿਸੇ ਦੇ ਘਰ ਆਇਆ, ਕਿਸੇ ਦੀ ਸ਼ਰਨ ਵਿੱਚ ਆਇਆ, ਇੱਥੇ ਤੇਰੀ ਨਹੀਂ ਚੱਲਣੀ, ਇੱਥੇ ਉਸ ਘਰ ਵਾਲੇ ਦੀ ਚੱਲਣੀ ਹੈ। ਸ਼ਰਨ ਵਿੱਚ ਆਉਣ ਦਾ ਅਰਥ ਆ ਪੂਰਨ ਸਮਰਪਣ, ਪੂਰਨ ਸਰੈਂਡਰ। ਜਦੋਂ ਸ਼ਰਨ ਵਿੱਚ ਚਲੇ ਗਏ, ਕਿਸੇ ਦੀ ਸ਼ਰਨ ਲੈ ਲਈ, ਜਿਵੇਂ ਅੱਜ ਆਪਾਂ ਅਸਾਈਲਮ ਲਾਉਂਦੇ ਹਾਂ, ਅਸਾਈਲਮ ਦਾ ਅਰਥ ਕੀ ਆ ਕਿ ਮੈਂ ਦੂਸਰੇ ਦੇਸ਼ ਦੇ ਵਿੱਚ ਜਾ ਕੇ ਸ਼ਰਨਾਰਥੀ ਬਣ ਗਿਆ, ਸ਼ਰਨ ਲੈ ਲਈ ਹੈ, ਹੁਣ ਮੈਂ ਉਹਨਾਂ ਦੇ ਕਾਨੂੰਨ, ਉਹਨਾਂ ਦੇ ਨਿਯਮਾਂ ਦੀ ਪਾਲਣ ਕਰਾਂਗਾ, ਉਹਨਾਂ ਦੇ ਹੁਕਮ ਦੇ ਮੁਤਾਬਕ ਤੁਰਾਂਗਾ। ਇਵੇਂ ਹੀ ਜਦੋਂ ਆਪਾਂ ਗੁਰੂ ਜੀ ਦੀ ਸ਼ਰਨ ਵਿੱਚ ਆਉਂਦੇ ਹਾਂ,
ਉਦੋਂ ਇਹ ਮਤਲਬ ਆ ਕਿ ਅੱਜ ਤੋਂ ਮੈਂ ਗੁਰੂ ਜੀ ਦੇ ਨਿਯਮਾਂ ਦਾ, ਗੁਰੂ ਜੀ ਦੇ ਹੁਕਮਾਂ ਦਾ, ਗੁਰੂ ਜੀ ਦੇ ਬਚਨਾਂ ਦਾ ਪਾਲਨ ਕਰਾਂਗਾ। ਅਸੀਂ ਰੋਜ਼ ਗੁਰਦੁਆਰੇ ਨਿਤਨੇਮ ਨਾਲ ਜਾਂਦੇ ਹਾਂ, ਮੱਥਾ ਟੇਕਦੇ ਹਾਂ, ਬੜਾ ਸਤਿਕਾਰ ਅਤੇ ਅਦਬ ਨਾਲ। ਕਈ ਡੰਡੌਤ ਕਰ ਦਿੰਦੇ ਨੇ, ਕਈ ਲੰਮੇ ਪੈ ਜਾਂਦੇ ਨੇ, ਕਈ ਨੱਕ ਦੀਆਂ ਲਕੀਰਾਂ ਕੱਢਣ ਲੱਗ ਪੈਂਦੇ ਨੇ, ਫਿਰ ਕਈ ਪਰਿਕਰਮਾ ਹੀ ਕਰੀ ਜਾਂਦੇ ਨੇ। ਪਰ ਇਹ ਸਭ ਕੁਝ ਮਨੁੱਖ ਨੇ ਬਾਹਰ ਤੱਕ ਸੀਮਤ ਰੱਖਿਆ। ਬਾਹਰ ਤੋਂ ਇਹ ਦੱਸਣਾ ਚਾਹੁੰਦਾ ਮੈਂ ਧਰਮੀ ਦਿਸਾਂ। ਇਹ ਜਿਤਨੇ ਵੀ ਕਰਮ ਕਰ ਰਿਹਾ ਨਾ, ਇਸ ਕਰਕੇ ਕਰ ਰਿਹਾ ਕਿ ਲੋਕੀ ਮੈਨੂੰ ਕਹਿਣ ਕਿ ਇਹ ਧਰਮੀ ਹੈ। ਬਾਹਰ ਦੇ ਵਿਖਾਵੇ ਕੀਤੇ ਜਾ ਰਹੇ ਨੇ, ਲੋਕਾਂ ਦੇ ਸਾਹਮਣੇ ਭੇਖ ਬਣਾ ਕੇ ਪੇਸ਼ ਹੋਇਆ ਜਾ ਰਿਹਾ ਹੈ। ਬੜੀਆਂ ਅੱਖਾਂ ਮੀਚ ਮੀਚ ਕੇ ਬੜੇ ਨਿਮਰਤਾ ਦੇ ਬਾਤਾਂ ਬੋਲੀਆਂ ਜਾ ਰਹੀਆਂ। ਪਰ ਸਤਿਗੁਰੂ ਕਹਿੰਦੇ ਇਹਦੇ ਅੰਦਰ ਵੇਖ ਕਿਤੇ ਕਿੰਨਾ ਵੱਡੀ ਗਿਰਗਟ ਬੈਠੀ ਹੈ। ਗਿਰਗਟ ਤੇ ਐਵੇਂ ਬਦਨਾਮ ਕੀਤੀ ਹੈ ਅਸੀਂ, ਅਸਲੀ ਤੇ ਮਨੁੱਖ ਪਤਾ ਨਹੀਂ ਕਿਤਨੇ ਰੰਗ ਸਵੇਰ ਤੋਂ ਲੈ ਕੇ ਹਜ਼ਾਰਾਂ ਤੇ ਰੰਗ ਇਹਦੇ ਬਦਲਦੇ ਨੇ। ਇਹਨੇ ਆਪਣੇ ਚਿਹਰੇ ਦੇ ਉੱਪਰ ਜਿੰਨੇ ਫੇਸ ਆਫ ਲਾਏ ਹੋਏ ਆ ਨਾ, ਜਿੰਨੇ ਇਹਨੇ ਆਪਣੇ ਚਿਹਰੇ ਦੇ ਉੱਪਰ ਜਿਹੜੇ ਨੇ ਮਖੋਟੇ ਲਾਏ ਨੇ, ਜਿੰਨੇ ਇਹਨੇ ਨਕਾਬ ਲਾਏ ਨੇ, ਤੁਸੀਂ ਹੈਰਾਨ ਹੋ ਜਾਓਗੇ। ਇਹਦਾ ਹਰ ਇੱਕ ਚਿਹਰਾ ਡਿਫਰੈਂਟ ਆ। ਕਿਤੇ ਇਹ ਆਪਣੇ ਆਪ ਨੂੰ ਬੜਾ ਐਗਰੈਸਿਵ ਹੋ ਕੇ ਪੇਸ਼ ਕਰਦਾ ਹੈ ਤੇ ਕਿਤੇ ਨਿਮਰਤਾ ਦੇ ਵਿੱਚ ਪੇਸ਼ ਕਰਦਾ ਹੈ। ਮੱਥਾ ਗੁਰੂ ਜੀ ਦੇ ਚਰਨਾਂ 'ਚ ਟੇਕ ਰਿਹਾ ਹੈ, ਪਰ ਸਮਰਪਣ ਨਹੀਂ ਗੁਰੂ ਜੀ ਨੂੰ ਕੀਤਾ। ਉੱਥੇ ਵੀ ਜਾ ਕੇ ਕਹਿੰਦਾ ਮੇਰੀ ਚੱਲੇ। ਅੱਜ ਗੁਰਦੁਆਰਿਆਂ ਦਾ ਤਹਿਸ਼ ਨਹਿਸ਼ ਕਿਉਂ ਹੋਈ ਪਈ ਹੈ? ਅੱਜ ਕਿਉਂ ਗੁਰਦੁਆਰਿਆਂ ਦੇ ਵਿੱਚੋਂ ਗੁਰੂ ਦਾ ਸਿਧਾਂਤ ਖਤਮ ਹੁੰਦਾ ਜਾ ਰਿਹਾ ਹੈ? ਕਿਉਂਕਿ ਹਰ ਇੱਕ ਮਨੁੱਖ ਆਪਣੀ ਚਲਾਉਣਾ ਚਾਹੁੰਦਾ ਹੈ। ਹਰ ਇੱਕ ਮਨੁੱਖ ਗੁਰੂ ਜੀ ਨੂੰ ਆਪਣੀ ਮਰਜ਼ੀ ਦੇ ਨਾਲ ਬੁਲਾਉਣਾ ਚਾਹੁੰਦਾ ਹੈ। ਇਸੇ ਕਰਕੇ ਹੀ ਹੁਕਮਨਾਮਾ ਵੀ ਸਾਡੀ ਮਰਜ਼ੀ ਦਾ ਸੁਣਾਓ, ਕੀਰਤਨ ਵੀ ਸਾਡੀ ਮਰਜ਼ੀ ਦਾ ਸੁਣਾਓ, ਕਥਾ ਵੀ ਸਾਡੀ ਮਰਜ਼ੀ ਦੀ ਸੁਣਾਓ, ਸੇਵਾ ਵੀ ਸਾਡੀ ਮਰਜ਼ੀ ਦੇ ਨਾਲ ਹੋਵੇ। ਗੱਲ ਕੀ ਸਭ ਕੁਝ ਸਾਡੀ ਮਰਜ਼ੀ ਨਾਲ ਹੋਣਾ ਚਾਹੀਦਾ। ਮੱਥਾ ਤੇ ਅਸੀਂ ਐਵੇਂ ਟੇਕੀ ਜਾਂਦੇ ਹਾਂ। ਮੱਥਾ ਟੇਕਣ ਦਾ ਮਤਲਬ ਤੇ ਹੈ ਸਮਰਪਣ ਕਰਨਾ। ਮੈਂ ਸਰੈਂਡਰ ਕਰ ਦਿੱਤਾ ਹੈ। ਮਨ ਮੇਰੇ ਗੁਰੂ ਸ਼ਰਨ ਆਵੈ। ਸਭ ਕਹਿੰਦੇ ਹੇ ਮੇਰੇ ਮਨ ਗੁਰੂ ਦੀ ਸ਼ਰਨ ਵਿੱਚ ਆ। ਹੁਣ ਗੁਰੂ ਦੀ ਸ਼ਰਨ ਵਿੱਚ ਆ ਕੇ ਕੀ ਹੋਵੇਗਾ? ਤਾਂ ਨਿਰਮਲ ਹੋਵੇ, ਤਾਂ ਤੇਰੇ ਮਨ ਉੱਤੋਂ ਇਹ ਮੈਲ ਲੱਥੇਗੀ ਤੇ ਤੂੰ ਨਿਰਮਲ ਹੋਵੇਂਗਾ। ਸਭ ਹਰ ਇੱਕ ਮਨੁੱਖ ਨੂੰ ਪਤਾ ਹੈ ਕਿ ਮੈਂ ਅੰਦਰੋਂ ਕਿਹੋ ਜਿਹਾ। ਕਿਸੇ ਮਨੁੱਖ ਦੇ ਹਰ ਇੱਕ ਜੋ ਜੀਵ ਆ ਨਾ, ਜੋ ਮਨੁੱਖ ਆ, ਉਹਨੂੰ ਇਹ ਨਹੀਂ ਉਹ ਕਹਿ ਸਕਦਾ ਕਿ ਭਾਈ ਮੈਨੂੰ ਨਹੀਂ ਪਤਾ ਮੈਂ ਕੌਣ ਆ। ਹਰ ਇੱਕ ਮਨੁੱਖ ਨੂੰ ਪਤਾ ਹੈ ਆਪਣੇ ਅੰਦਰ ਬਾਰੇ, ਉਹਦੇ ਅੰਦਰ ਚੱਲ ਰਹੇ ਖਿਆਲਾਂ ਬਾਰੇ, ਉਹਦੇ ਅੰਦਰ ਚੱਲ ਰਹੇ ਸੁਭਾਅ ਬਾਰੇ। ਪਰ ਉਹ ਬਾਹਰੋਂ ਇੱਕ ਮਖੌਟਾ ਧਰਮ ਦਾ ਓੜ ਕੇ ਬੈਠਾ ਹੈ ਕਿ ਲੋਕੀ ਮੈਨੂੰ ਕਹਿਣ ਕਿ ਇਹ ਧਰਮੀ ਹੈ। ਅੰਦਰ ਤੇ ਗੰਦਗੀ ਭਰੀ ਪਈ ਹੈ। ਪਤਾ ਨਹੀਂ ਅੱਖਾਂ ਤੋਂ ਕਿੰਨੀ ਵਾਰੀ ਬਲਾਤਕਾਰ ਕਰਦਾ ਹੈ, ਪਤਾ ਨਹੀਂ ਕੰਨਾਂ ਤੋਂ ਕਿੰਨੀ ਵਾਰੀ ਝੂਠ ਸੁਣਦਾ ਹੈ, ਪਤਾ ਨਹੀਂ ਜੀਭਾਂ ਤੋਂ ਕਿੰਨੀ ਵਾਰੀ ਲੋਕਾਂ ਦੇ ਦਿਲਾਂ ਦੇ ਕਤਲ ਕਰਦਾ ਹੈ, ਪਤਾ ਨਹੀਂ ਕਿੰਨੀ ਬੇਈਮਾਨੀਆਂ ਜੀਵਨ ਦੇ ਵਿੱਚ ਪਾ ਕੇ ਬੈਠਾ ਹੈ। ਪਰ ਬਾਹਰੋਂ ਸਾਬਤ ਇਹ ਕਰਨਾ ਚਾਹੁੰਦਾ ਕਿ ਮੈਂ ਨਿਰਮਲ ਹਾਂ। ਸਭ ਕਹਿੰਦੇ ਬਾਹਰੋਂ ਨਿਰਮਲ ਹੋ ਕੇ ਨਹੀਂ ਗੱਲ ਬਣਨੀ। ਸਭ ਕਹਿੰਦੇ ਜਿਹੜੇ ਬਾਹਰੋਂ ਨਿਰਮਲ ਹੋਣ ਦਾ ਦਾਅਵਾ ਕਰਦੇ ਨੇ, ਅੰਦਰ ਮੈਲੇ ਨੇ, ਸਭ ਕਹਿੰਦੇ ਉਹ ਮੈਨੂੰ ਪ੍ਰਵਾਨ ਨਹੀਂ। ਮੈਨੂੰ ਤੇ ਉਹ ਪ੍ਰਵਾਨ ਨੇ ਜਿਹੜੇ ਅੰਦਰੋਂ ਨਿਰਮਲ, ਬਾਹਰੋਂ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਜੋ ਗੁਰੂ ਦੀ ਦੱਸੀ ਹੋਈ ਕਰਨੀ ਤੇ ਗੁਰੂ ਦੇ ਦਿੱਤੇ ਹੋਏ ਬਚਨਾਂ ਤੇ ਤੁਰਦੇ ਨੇ। ਅੱਜ ਕਥਾ ਬਹੁਤ ਹੋ ਰਹੀ ਹੈ। ਕੋਈ ਟੀਵੀ ਚੈਨਲ ਨਹੀਂ ਜਿੱਥੇ ਕਥਾ ਨਾ ਚੱਲਦੀ ਹੋਵੇ। ਪੰਜਾਬ ਦੇ ਵਿੱਚ ਬੜਾ ਪ੍ਰਚਾਰ, ਕੀਰਤਨ ਦਰਬਾਰਾਂ ਦੇ ਹੜ੍ਹ ਆ ਗਏ ਨੇ। ਤੁਸੀਂ ਦੇਖੋ ਅੱਜ ਪੋਸਟਰਾਂ ਨਾਲ ਭਰੇ ਪਏ ਹੁੰਦੀਆਂ ਨੇ ਫੇਸਬੁੱਕਾਂ, ਕੀਰਤਨ ਦਰਬਾਰ ਫਲਾਨੀ ਜਗ੍ਹਾ ਦੇ ਉੱਤੇ 27ਵਾਂ ਕੀਰਤਨ ਦਰਬਾਰ। ਬਹੁਤ ਮੁਬਾਰਕ ਹੈ, ਚਲੋ ਲੋਕਾਂ ਨੂੰ ਯਾਦ ਕਰਾਉਣਾ। ਪਰ ਕੀ ਇਹ ਕੀਰਤਨ ਦਰਬਾਰਾਂ ਦੇ ਵਿੱਚ ਜਿਹੜੇ ਕੀਰਤਨ ਦਰਬਾਰ ਕਰਾਉਣ ਵਾਲੇ ਨੇ, ਕਿਤੇ ਉਹਨਾਂ ਦੇ ਅੰਦਰ ਵੀ ਕਿਤੇ ਮੈਲ ਤੇ ਨਹੀਂ? ਕੀਰਤਨ ਦਰਬਾਰ ਕਰਾਉਣ ਵਾਲੇ ਵੀ ਇੱਕ ਦੂਸਰੇ ਦੀਆਂ ਪੱਗਾਂ ਲਾਹੁੰਦੇ ਨੇ, ਪੈਸਿਆਂ ਤੋਂ ਲੜਦੇ ਨੇ, ਹਉਮੈ ਅਹੰਕਾਰ ਨਾਲ ਭਰੇ ਪਏ ਨੇ। ਸਤਿਗੁਰੂ ਕਹਿੰਦੇ ਚਾਹੀਦਾ ਤੇ ਇਹ ਸੀ ਕਿ ਗੁਰੂ ਦੀ ਸ਼ਰਨ ਵਿੱਚ ਆ ਕੇ ਇਹ ਨਿਰਮਲ ਹੁੰਦਾ, ਪਰ ਉਲਟਾ ਹੋ ਰਿਹਾ ਹੈ, ਪੁੱਠਾ ਹੋ ਰਿਹਾ, ਸਭ ਕੁਝ ਆਪੋਜ਼ਿਟ ਹੋ ਰਿਹਾ ਹੈ। ਮੈਲ ਚੜ੍ਹਦੀ ਜਾ ਰਹੀ ਹੈ, ਦਿਨ ਪ੍ਰਤੀ ਦਿਨ ਚੜ੍ਹਦੀ ਜਾ ਰਹੀ ਹੈ। ਕਿਉਂ? ਕਿਉਂਕਿ ਮਨ ਦੀ ਸਮਰਪਣ ਨਹੀਂ ਹੈ। ਹੁਣ ਕੋਈ ਕੱਪੜਾ ਮੋਢੇ ਤੇ ਪਾ ਲਿਆਵੇ, ਕੱਪੜਾ ਮੋਢੇ ਤੇ ਪਾ ਲਿਆਵੇ ਤੇ ਧੋਬੀ ਕੋ ਬਹਿ ਜਾਵੇ ਆ ਕੇ,
ਤੇ ਵਾਪਸ ਉਹੀ ਮੋਢੇ ਤੇ ਕੱਪੜਾ ਪਾ ਕੇ ਘਰ ਲੈ ਜਾਵੇ ਤੇ ਧੋਬੀ ਨੂੰ ਆਖੇ ਭਾਈ ਤੂੰ ਮੇਰਾ ਕੱਪੜਾ ਧੋਤਾ ਨਹੀਂ, ਧੋਬੀ ਕਹੂਗਾ ਵੀ ਸੱਜਣਾ ਤੂੰ ਮੈਨੂੰ ਦਿੱਤਾ ਹੀ ਕਿੱਥੇ ਹੈ ਕਿ ਮੈਨੂੰ ਧੋ ਦੇਵਾਂ। ਤੂੰ ਮੋਢੇ ਤੇ ਪਾ ਕੇ ਲੈ ਕੇ ਆਇਆ ਸੀ, ਮੋਢੇ ਤੇ ਪਾ ਕੇ ਲੈ ਗਿਆ। ਅੱਜ ਸਾਡੀ ਵੀ ਹਾਲਤ ਇਹੀ ਹੈ। ਮਨ ਲੈ ਕੇ ਗੁਰੂ ਜੀ ਦੇ ਕੋਲ ਜਾਂਦੇ ਜ਼ਰੂਰ ਹਾਂ, ਮੱਥਾ ਲੈ ਕੇ ਗੁਰੂ ਜੀ ਦੇ ਕੋਲ ਜਾਂਦੇ ਜ਼ਰੂਰ ਹਾਂ, ਮੱਥਾ ਟੇਕ ਕੇ ਮੱਥਾ ਫਿਰ ਚੁੱਕ ਕੇ ਮਨ ਫਿਰ ਚੁੱਕ ਕੇ ਵਾਪਸ ਆਪਣੇ ਘਰ ਲੈ ਆਉਂਦੇ ਆ, ਉਵੇਂ ਦਾ ਉਵੇਂ ਹੀ। ਸਤਿਗੁਰੂ ਨੇ ਤੇ ਦਿੱਤਾ ਹੀ ਨਹੀਂ, ਸਤਿਗੁਰੂ ਜੀ ਕਿਵੇਂ ਮੈਲ ਲਾਉਣਗੇ? ਕਿਉਂਕਿ ਇਹ ਤੇ ਅਸੀਂ ਨਾਲ ਤੋਰਿਆ ਹੋਇਆ ਹੈ, ਆਪਣੇ ਨਾਲ ਰੱਖਿਆ ਹੋਇਆ ਹੈ। ਕੰਨਾਂ ਤੋਂ ਅਸੀਂ ਕੋਈ ਗੱਲ ਗੁਰੂ ਦੀ ਸੁਣਨਾ ਹੀ ਨਹੀਂ ਚਾਹੁੰਦੇ। ਇਸੇ ਕਰਕੇ ਸਾਹਿਬ ਕਹਿੰਦੇ ਮੈਲਾ ਹੈ ਮਨ, ਮੈਲਾ ਤੇ ਵਿਕਾਰਾਂ ਨਾਲ ਭਰਿਆ ਪਿਆ ਹੈ ਤੇਰਾ ਮਨ। ਸਾਹਿਬ ਕਹਿੰਦੇ ਮਨ ਮੇਰੇ, ਹੇ ਮੇਰੇ ਮਨ, ਅੱਜ ਦੇ ਸ਼ਬਦ ਦੇ 63 ਨੰਬਰ, ਖਿਮਾ ਕਰਨਾ 64 ਨੰਬਰ ਸ਼ਬਦ ਹੈ ਸ਼੍ਰੀ ਰਾਗ ਦੇ ਵਿੱਚੋਂ। ਲੜੀਵਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਲੈ ਕੇ ਹਾਜ਼ਰ ਹੋ ਰਹੇ ਹਾਂ ਰੋਜ਼ਾਨਾ। ਅੱਜ ਦੇ ਪਾਵਨ ਸ਼ਬਦ ਦੇ ਰਹਾਉ ਦੇ ਬੰਦ ਵਿੱਚ ਸੱਚੇ ਪਾਤਸ਼ਾਹ ਜੀ ਸਮਝਾ ਰਹੇ ਨੇ, ਮਨ ਮੇਰੇ ਗੁਰੂ ਸ਼ਰਨ ਆਵੈ ਤਾਂ ਨਿਰਮਲ ਹੋਵੇ। ਹੇ ਮੇਰੇ ਮਨ, ਜਦੋਂ ਤੂੰ ਗੁਰੂ ਜੀ ਨੂੰ ਆਪਣਾ ਆਪਾ ਸਮਰਪਣ ਕਰੇਗਾ, ਸਤਿਗੁਰ ਦੇ ਹੁਕਮ ਦੇ ਮੁਤਾਬਕ ਜੀਵਨ ਤੋਰੇਗਾ ਤਾਂ ਨਿਰਮਲ ਹੋਵੇ। ਤਦੋਂ ਹੀ ਤੂੰ ਪਵਿੱਤਰ ਹੋਵੇਂਗਾ, ਨਿਰਮਲ ਹਿਰਦੇ ਵਾਲਾ ਹੋਵੇਂਗਾ, ਨਿਰਮਲ ਖਿਆਲਾਂ ਵਾਲਾ ਹੋਵੇਂਗਾ, ਨਿਰਮਲ ਵਿਚਾਰਾਂ ਵਾਲਾ ਹੋਵੇਂਗਾ। ਅਗਲੀਆਂ ਪੰਕਤੀਆਂ, ਮਨਮੁਖ ਹਰ ਹਰ ਕਰ ਥਕੇ, ਬੜੇ ਹੀ ਭਾਵਪੂਰਤ ਤੇ ਧਿਆਨ ਦੇਣ ਵਾਲੇ ਸ਼ਬਦ ਨੇ। ਜੇ ਆਪਣੇ ਆਪ ਨੂੰ ਵਿੱਚ ਰੱਖ ਕੇ ਗੱਲ ਕਰਾਂਗੇ ਨਾ ਤੇ ਇੰਜ ਲੱਗੂਗੀ ਕਿ ਵੀ ਇਹ ਮੇਰੀ ਹਾਲਾਤ ਆ। ਆਪਣੀ ਸਾਰਿਆਂ ਦੀ ਹਾਲਤ ਹੀ ਤਕਰੀਬਨ ਇਹੋ ਜਿਹੀ ਹੈ। ਕੋਈ ਵੱਖਰੀ ਗੱਲ ਆ, ਕੋਈ ਹਉਮੈ ਵਿੱਚ ਮਾਰਿਆ ਦਾਅਵਾ ਕਰੀ ਜਾਵੇ, ਕਿਉਂਕਿ ਸਾਡੀ ਫਿਤਰਤ ਪਤਾ ਕੀ ਹੈ, ਅਸੀਂ ਗੁਰਮੁਖ ਆਪਣੇ ਆਪ ਨੂੰ ਕਹਿੰਦੇ ਹਾਂ ਤੇ ਮਨਮੁਖ ਅਸੀਂ ਦੂਸਰੇ ਦੀ ਤੁਲਨਾ ਕਰਦੇ ਹਾਂ। ਸਤਿਗੁਰੂ ਨੂੰ ਪਤਾ ਸੀ, ਇਹਨਾਂ ਨੇ ਪਤਾ ਮੇਰੇ ਹੀ ਸ਼ਬਦ ਲੈ ਕੇ ਲੋਕਾਂ ਨੂੰ ਇੱਕ ਦੂਸਰੇ ਨੂੰ ਭੰਡਣ ਲੱਗ ਪੈਣਾ। ਗੁਰੂ ਜੀ ਬੜੇ ਸਿਆਣੇ ਸਨ। ਅੱਜ ਇਹੀ ਹੋ ਰਿਹਾ ਹੈ। ਮੇਰੇ ਵਰਗੇ ਪ੍ਰਚਾਰਕ ਆਪਣੇ ਆਪ ਨੂੰ ਜਸਟੀਫਾਈ ਕਰਨ ਵਾਸਤੇ ਚੰਦ ਕੁ ਪੰਕਤੀਆਂ ਗੁਰੂ ਗ੍ਰੰਥ ਸਾਹਿਬ ਚੋਂ ਕੱਢ ਕੇ ਆਹ ਵੇਖੋ ਜੀ ਇੱਥੇ ਆਹ ਲਿਖਿਆ, ਜਦ ਕਿ ਗੁਰਬਾਣੀ ਲੜਾਈ ਤੇ ਵਿਚਾਰਾਂ ਦੀ ਲੜਾਈ ਨਹੀਂ ਗੀ। ਸਤਿਗੁਰ ਦੀ ਬਾਣੀ ਇਹ ਨਹੀਂ ਕਹਿੰਦੀ ਵੀ ਤੂੰ ਬਾਣੀ ਦੀਆਂ ਪੰਕਤੀਆਂ ਸੁਣਾ ਕੇ ਆਪਣੇ ਆਪ ਨੂੰ ਜਸਟੀਫਾਈ ਕਰ ਵੀ ਤੂੰ ਬੜਾ ਵਿਦਵਾਨ ਆ, ਤੂੰ ਬੜਾ ਸਿਆਣਾ ਹੈ, ਤੂੰ ਬੜਾ ਸਮਝਦਾਰ ਆ। ਜਿੱਦਣ ਗੁਰਬਾਣੀ ਦੀ ਐਕਚੁਅਲੀ ਸਮਝ ਆਉਣ ਲੱਗ ਪਈ ਨਾ, ਉਦਣ ਮਨ ਨਿਮਰਤਾ 'ਚ ਆ ਜਾਵੇਗਾ, ਪ੍ਰੇਮ 'ਚ ਆ ਜਾਵੇਗਾ, ਉਦਣ ਸਵੈ ਪੜਚੋਲ ਚਾਲੂ ਹੋ ਜਾਵੇਗੀ, ਆਪਣੇ ਆਪ ਤੇ ਸਿਧਾਂਤ ਲਾਗੂ ਹੋਵੇਗਾ, ਆਪਣੇ ਆਪ ਉੱਤੇ ਗੁਰਮਤ ਨੂੰ ਲਾਇਆ ਜਾਵੇਗਾ। ਫਿਰ ਦੂਸਰੇ ਦੇ ਉੱਪਰ ਨਹੀਂ ਗੁਰਮਤ ਥੋਪੀ ਜਾਵੇਗੀ, ਆਪਣੇ ਆਪ ਤੇ ਥੋਪੀ ਜਾਵੇਗੀ। ਆਪਣੇ ਆਪ ਦੇ ਉੱਤੇ ਨਿਰਮਲ ਦੇ ਰੂਪ ਗੁਰੂ ਦੀ ਮੱਤ ਤੇ ਚੱਲਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਸਾਹਿਬ ਕਹਿੰਦੇ ਮਨਮੁਖ ਹਰ ਹਰ ਕਰ ਥਕੇ। ਮਨ ਦੀ ਮੱਤ ਪਿੱਛੇ ਲੱਗਣ ਵਾਲੇ ਜਿਹੜੇ ਮਨੁੱਖ ਨੇ ਨਾ, ਉਹ ਜੀਭਾ ਤੋਂ ਬੜੇ ਹਰ ਹਰ ਕਰ ਚੁੱਕੇ ਨੇ। ਬਹੁਤ ਬੋਲਦੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਰਾਮ ਰਾਮ ਰਾਮ, ਅੱਲਾ ਅੱਲਾ ਅੱਲਾ, ਬੜੇ ਮਿਲ ਜਾਣਗੇ ਜੀਭਾ ਤੋਂ ਕਰਨ ਵਾਲੇ। ਬਹੁਤ ਨੇ ਜਿਹੜੇ ਮੁਖ ਤੋਂ ਤੇ ਪਤਾ ਨਹੀਂ ਕਿੰਨੀਆਂ ਕਿ ਸਿਫਤਾਂ ਪ੍ਰਮਾਤਮਾ ਦੀਆਂ ਕਰ ਦਿੰਦੇ, ਪਰ ਸਾਹਿਬ ਕਹਿੰਦੇ ਮੈਲ ਨਾ ਸਕੀ ਧੋਏ। ਕਹਿੰਦੇ ਇਤਨਾ ਕੁਝ ਕਰਨ ਦੇ ਬਾਵਜੂਦ ਵੀ ਮਨ ਤੋਂ ਮੈਲੇ ਦੇ ਮੈਲੇ ਹੀ ਨੇ, ਮੈਲ ਧੁੱਪੀ ਨਹੀਂ, ਮੈਲ ਲੱਥੀ ਨਹੀਂ, ਓਨਾ ਹੀ ਮੈਲਾ ਹੋਇਆ ਹੈ ਮਨ। ਤੁਸੀਂ ਬੜੇ ਉਦਾਹਰਨਾਂ ਨੇ, ਸਿਆਣੇ ਹੋ, ਸਮਝਦਾਰ ਹੋ। ਅੱਜ ਮਨੁੱਖ ਬਾਣੀ ਇਸ ਕਰਕੇ ਨਹੀਂ ਪੜ੍ਹ ਰਿਹਾ ਕਿ ਮੈਂ ਆਪਣੇ ਆਪ ਨੂੰ ਪੜਚੋਲਣਾ ਹੈ, ਆਪਣੇ ਆਪ ਨੂੰ ਤਿਆਰ ਕਰਨਾ ਹੈ, ਆਪਣੇ ਆਪ ਨੂੰ ਸਵਾਰਨਾ ਹੈ। ਨਹੀਂ, ਮਨੁੱਖ ਬਾਣੀ ਪੜ੍ਹ ਰਿਹਾ ਹੈ ਪਦਾਰਥਵਾਦ ਵਾਸਤੇ। ਬਾਣੀ ਦੀ ਵਰਤੋਂ ਕਰ ਰਿਹਾ ਹੈ ਪਦਾਰਥ ਦੀ ਦੁਨੀਆ ਦੇ ਵਿੱਚ ਰਾਜਾ ਬਣਨ ਵਾਸਤੇ। ਜਿਵੇਂ ਪੁਰਾਤਨ ਸਮੇਂ ਵਿੱਚ ਕਹਿੰਦੇ ਸੀ ਨਾ, ਸਨਾਤਨ ਮਤ ਦੇ ਬੜੀਆਂ ਸਾਖੀਆਂ ਮਿਲ ਜਾਣਗੀਆਂ, ਫਲਾਣੇ ਨੇ ਭਗਤੀ ਕੀਤੀ, ਰੱਬ ਪਰਮਾਤਮਾ ਪ੍ਰਗਟ ਹੋ ਗਿਆ, ਰੱਬ ਆ ਕੇ ਕਹਿੰਦਾ ਦੱਸ ਕੀ ਚਾਹੀਦਾ ਹੈ, ਦੇਵਤਾ ਆ ਕੇ ਕਹਿੰਦਾ ਮੈਨੂੰ ਇਹ ਵਰ ਦਿਓ, ਮੈਂ ਸਾਰਾ ਦੁਨੀਆ ਜਿੱਤ ਲਵਾਂ। ਸਾਡੀ ਵੀ ਜ਼ਿੰਦਗੀ ਇੱਥੇ ਹੀ ਖਲੋਤੀ ਤੇ ਨਹੀਂ ਕਿਤੇ। ਪਰ ਅਰਦਾਸਾਂ ਹੋ ਰਹੀਆਂ ਨੇ, ਪਾਠ ਹੋ ਰਹੇ ਨੇ, ਨਿਰੰਤਰ ਕੀਰਤਨ ਦਰਬਾਰ ਹੋ ਰਹੇ ਨੇ, ਅਖੰਡ ਪਾਠ ਹੋ ਰਹੇ ਨੇ, ਕੋਈ ਸੰਪਟ ਪਾਠ ਕਰਾਈ ਜਾਂਦਾ, ਕੋਈ ਕੋਤਰੀਆਂ ਕਰਾਈ ਜਾਂਦਾ, ਕੋਈ ਹੋਰ ਤਰੀਕੇ ਦੇ ਬੇਅੰਤ ਪਾਠ ਰਚ ਲੈਨੇ। ਅੱਜ ਪ੍ਰਾਪਤੀ ਕੀ ਹੈ? ਪ੍ਰਾਪਤੀ ਕਿਤੇ ਆਪਣੇ ਆਪ ਦੀ ਮਨ ਨੂੰ ਨਿਰਮਲ ਕਰਨ ਦੀ ਥੋੜ੍ਹੀ ਹੋਈ ਹੈ। ਪ੍ਰਾਪਤੀ ਤੇ ਇਹ ਹੋ ਰਹੀ ਹੈ ਵੀ ਮੇਰੀ ਮੱਤ ਮੁਤਾਬਕ ਮੈਂ ਪਦਾਰਥਵਾਦੀ ਦੁਨੀਆ ਦੇ ਵਿੱਚ ਰਾਜਾ ਬਣ ਜਾਵਾਂ, ਦੁਨੀਆ ਦੇ ਤਮਾਮ ਪਦਾਰਥ ਮੇਰੀ ਝੋਲੀ ਵਿੱਚ ਆਉਣ।
ਸਤਿਗੁਰੂ ਗੁਰਦੇਵ ਜੀ ਮਹਾਰਾਜ ਕਹਿੰਦੇ ਮੈਲ ਨਾ ਸਕੀਤ ਹੋਏ। ਇਤਨਾ ਸਭ ਕੁਝ ਕਰਨ ਦੇ ਬਾਵਜੂਦ ਵੀ ਮਨ ਮੈਲੇ ਦਾ ਮੈਲਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਰਾਮ ਰਾਮ ਤੇ ਆਖੀ ਜਾਂਦੇ ਨੇ, ਵਾਹਿਗੁਰੂ 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 ਤੇ ਕਹੀ ਜਾਂਦੇ ਹਨ, ਫਿਰ ਵੀ ਹਉਮੈ ਦੀ ਮੈਲ ਉਹਨਾਂ ਦੇ ਪਾਸੋਂ ਧੋਤੀ ਨਹੀਂ ਜਾ ਸਕੀ। ਉਹਨਾਂ ਨੇ ਆਪਣੇ ਮਨ ਤੋਂ ਇਹ ਮੈਲ ਨਹੀਂ ਧੋਤੀ। ਸਗੋਂ ਉਤਨੇ ਹੀ ਮੈਲੇ ਨੇ, ਉਤਨੇ ਹੀ ਗੰਦੇ ਨੇ। ਖਿਆਲਾਤ ਇੰਨੇ ਮੈਲੇ ਨੇ, ਵਿਚਾਰ ਮੈਲੇ ਨੇ, ਦੇਖਣੀ ਮੈਲੀ ਹੈ, ਸੁਣਨਾ ਮੈਲਾ ਹੈ। ਗੱਲ ਕੀ ਰੋਮ ਰੋਮ ਅੰਗ ਅੰਗ ਮੈਲਾ ਕੀਤਾ ਹੋਇਆ ਹੈ। ਸਿਰਫ ਮੂੰਹ ਤੋਂ ਹੀ ਕਹੀ ਜਾਂਦੇ ਨੇ ਵਾਹਿਗੁਰੂ ਵਾਹਿਗੁਰੂ। ਇਹ ਰਹਾਉ ਦੀਆਂ ਪੰਕਤੀਆਂ ਨੇ। ਸਤਿਗੁਰੂ ਜੀ ਪਹਿਲਾ ਸ਼ਬਦ ਪਹਿਲਾ ਬੰਦ। ਹੁਣ ਇਸੇ ਹੀ ਆਲੇ ਦੁਆਲੇ ਬਾਕੀ ਜਿਹੜੇ ਸਟੈਂਜੇ ਨੇ, ਇਸ ਗੱਲ ਨੂੰ ਹੋਰ ਡਿਟੇਲ ਦੇ ਵਿੱਚ ਮਨੁੱਖ ਨੂੰ ਗੱਲ ਕਲੀਅਰ ਹੋ ਜਾਵੇ, ਸਤਿਗੁਰੂ ਜੀ ਅੱਗੇ ਗੱਲ ਤੋਰਦੇ। ਕਹਿੰਦੇ ਜਗ ਹਉਮੈ ਮੈਲ ਦੁਖ ਪਾਇਆ, ਜਗ ਹਉਮੈ ਮੈਲ ਦੁਖ ਪਾਇਆ, ਮਲ ਲਾਗੀ ਦੂਜੈ ਪਾਏ। ਜਗ ਗੱਗੇ ਨੂੰ ਸਿਹਾਰੀ ਹੈ, ਭਾਵ ਅਰਥ ਨੇ ਜਗਤ ਨੇ, ਸੰਸਾਰ ਨੇ। ਹਉਮੈ ਮੈਲ ਦੁਖ ਪਾਇਆ, ਸੰਸਾਰ ਨੇ ਹਉਮੈ ਰੂਪੀ ਮੈਲ ਦੇ ਵਿੱਚ। ਹਉਮੈ ਦਾ ਕੀ ਅਰਥ ਆ? ਹਉ ਤੇ ਮੈਂ, ਦੋ ਸ਼ਬਦਾਂ ਦਾ ਜੋੜਿਆ। ਹਰ ਵਕਤ ਮੈਂ ਕਰਦੇ ਰਹਿਣਾ, ਜਿਹਨੂੰ ਆਪਾਂ ਈਗੋ ਕਹਿੰਦੇ ਆ ਇੰਗਲਿਸ਼ ਦੇ ਵਿੱਚ, ਅਹੰਕਾਰ ਵੀ ਕਹਿ ਦਿੰਦੇ ਆ। ਹਉਮੈ ਇੱਕ ਐਸੀ ਚੀਜ਼ ਆ ਜਿਹੜੀ ਗੁਣਾਂ ਦੇ ਨਾਲ ਤਬਦੀਲ ਹੁੰਦੀ ਹੈ। ਜਦੋਂ ਮਨੁੱਖ ਦੇ ਅੰਦਰ ਕੋਈ ਗੁਣ ਆਉਣ ਲੱਗਦਾ, ਮਨੁੱਖ ਮੈਂ ਕਰਨ ਲੱਗ ਪੈਂਦਾ ਹੈ। ਹਰ ਵਕਤ ਇਹਦੀ ਬੋਲੀ ਦੇ ਵਿੱਚ ਮੈਂ ਤੋਂ ਅੱਖਰ ਚਾਲੂ ਹੁੰਦਾ, ਸਿਰਫ ਇਹ ਮੈਂ ਹੀ ਕਰਦਾ ਰਹਿੰਦਾ। ਮੈਂ ਆਹ ਕੀਤਾ, ਮੈਂ ਆਹ ਕੀਤਾ, ਮੈਂ ਆਹ ਕੀਤਾ। ਸਭ ਕਹਿੰਦੇ ਕਰ ਚੰਗੇ ਕੰਮ ਬੇਸ਼ੱਕ ਰਿਹਾ, ਪਰ ਜਦੋਂ ਮੈਂ ਕਰ ਰਿਹਾ ਨਾਲ ਉਹ ਮੈਲ ਚੜ੍ਹਦੀ ਜਾ ਰਹੀ ਹੈ, ਗੰਦਗੀ ਨਾਲ ਚੜ੍ਹਦੀ ਜਾ ਰਹੀ ਹੈ। ਇੱਕ ਬੰਨੇ ਕਈ ਵਾਰੀ ਵੇਖਣਾ, ਕਦੀ ਇਸ ਤਰ੍ਹਾਂ ਹੁੰਦਾ ਨਾ, ਆਪਾਂ ਕਈ ਵਾਰੀ ਤੁਸੀਂ ਆਪ ਬੀਬੀਆਂ ਮੇਰੀਆਂ ਭੈਣਾਂ ਕਈ ਵਾਰੀ ਕੱਪੜੇ ਸਾਫ਼ ਕਰਦੀਆਂ ਜਾਂ ਘਰ ਨੂੰ ਸੁੰਬਰਦੀਆਂ, ਘਰ ਨੂੰ ਧੋਂਦੀਆਂ, ਤੇ ਛੋਟਾ ਬੱਚਾ ਕੌਲੀ ਲਿਆ ਕੇ ਸਵਾਦ ਹੀ ਫਿਰ ਘਰ ਸੁੱਟ ਦਿੰਦਾ। ਬੱਚੇ ਖਲਾਰ ਦਿੰਦੇ। ਇੱਕ ਬੰਨੇ ਧੋਤਾ ਜਾ ਰਿਹਾ, ਦੂਜੇ ਬੰਨੇ ਗੰਦਗੀ ਪੈਦਾ ਕੀਤੀ ਜਾ ਰਹੀ। ਇੱਕ ਬੰਨੇ ਮਿਹਨਤ ਕੀਤੀ ਜਾ ਰਹੀ ਮਨ ਨੂੰ ਨਿਰਮਲ ਕਰਨ ਦੀ, ਦੂਜੇ ਬੰਨੇ ਗੰਦਗੀ ਪੈਦਾ ਕੀਤੀ ਜਾ ਰਹੀ। ਇਹੀ ਹਾਲਤ ਅੱਜ ਸਾਡਾ ਹੈ। ਸਭ ਕਹਿੰਦੇ ਕਰ ਕੀ ਰਿਹਾ? ਕਰ ਇਹ ਚੰਗੇ ਕੰਮ ਬੇਸ਼ੱਕ ਰਿਹਾ ਹੈ। ਹੋ ਸਕਦਾ ਦਾਨ ਪੁੰਨ ਕਰਦਾ ਹੋਵੇ, ਹੋ ਸਕਦਾ ਕਿਸੇ ਦੀ ਮਦਦ ਵੀ ਕਰਦਾ ਹੋਵੇ, ਹੋ ਸਕਦਾ ਕਿਸੇ ਦੀ ਸੇਵਾ ਵੀ ਕਰਦਾ ਹੋਵੇ, ਹੋ ਸਕਦਾ ਨਿਤਨੇਮ ਵੀ ਬੜਾ ਕਰਦਾ ਹੋਵੇ, ਪਰ ਸਾਹਿਬ ਕਹਿੰਦੇ ਇੰਨਾ ਸਭ ਕੁਝ ਹੋਣ ਦੇ ਬਾਵਜੂਦ ਵੀ ਇਹਦੇ ਵਿੱਚੋਂ ਗੁਰਮਤਿ ਦੇ ਦਰਸ਼ਨ ਨਹੀਂ ਹੋ ਰਹੇ। ਕਿਉਂ ਨਹੀਂ ਹੋ ਰਹੇ? ਕਿਉਂਕਿ ਜਗ ਹਉਮੈ ਮੈਲ ਦੁਖ ਪਾਇਆ। ਇਹ ਸਾਰਾ ਸੰਸਾਰ ਮੈਂ ਦੇ ਚੱਕਰ ਦੇ ਵਿੱਚ ਫਸਿਆ ਪਿਆ। ਇਹ ਹਉਮੈ ਦੀ ਮੈਲ ਨਾਲ ਭਰਿਆ ਪਿਆ ਹੈ। ਮੈਂ ਕਰਦਿਆਂ ਇਹਨੇ ਗੁਣਾਂ ਨੂੰ ਅਵਗੁਣਾਂ ਵਿੱਚ ਤਬਦੀਲ ਕਰ ਲਿਆ। ਇਸੇ ਕਰਕੇ ਸਾਰੇ ਸੰਸਾਰ ਨੇ ਇਸ ਹਉਮੈ ਦੀ ਮੈਲ ਦੇ ਕਾਰਨ ਹੀ ਸਦਾ ਹੀ ਦੁੱਖ ਪਾਇਆ ਹੈ। ਜਿਹੜਾ ਮਨੁੱਖ ਮੈਂ ਦੇ ਪਿੱਛੇ ਲੱਗਿਆ ਹੈ, ਉਹ ਸਦਾ ਦੁਖੀ ਰਹੇਗਾ, ਸਦਾ ਪਰੇਸ਼ਾਨ ਰਹੇਗਾ। ਮਲ ਲਾਗੀ ਦੂਜੈ ਭਾਏ। ਦੂਜੇ ਭਾਏ ਦਾ ਅਰਥ ਕੀ ਹੈ? ਮੈਂ ਬਾਰ-ਬਾਰ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦਾ, ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਪਹਿਲਾ ਭਾਏ ਦਾ ਅਰਥ ਹੈ ਪ੍ਰੇਮ। ਪਹਿਲਾ ਪ੍ਰੇਮ ਪਰਮਾਤਮਾ ਦਾ ਹੈ ਜੋ ਰਿਜ਼ਰਵ ਆ। ਇਸ ਤੋਂ ਇਲਾਵਾ ਜਿਹੜੇ ਅਸੀਂ ਪਿਆਰ ਪਾ ਕੇ ਬੈਠੇ ਹਾਂ ਉਹ ਮਾਇਆ ਦੇ ਨੇ। ਹੁਣ ਚਾਹੀਦਾ ਤੇ ਇਹ ਸੀ ਕਿ ਇਸ ਮਨੁੱਖਾ ਜੀਵਨ ਦੇ ਵਿੱਚ, ਇਹਦੀ ਜ਼ਿੰਦਗੀ ਵਿੱਚ ਰੱਬ ਪਹਿਲੇ ਨੰਬਰ ਤੇ ਹੁੰਦਾ, ਪਰ ਰੱਬ ਨਾਲ ਇਹਦਾ ਕੋਈ ਲੈਣਾ ਦੇਣਾ ਨਹੀਂ। ਪਰਮਾਤਮਾ ਦੇ ਨਾਲ ਸੱਚ ਜਾਣਿਓ ਕੋਈ ਲੈਣਾ ਦੇਣਾ ਨਹੀਂ। ਰੱਬ ਨੂੰ ਸਿਰਫ ਇਹ ਇਸ ਕਰਕੇ ਪੂਜ ਰਿਹਾ ਹੈ, ਸੁਣਿਆ ਹੈ ਕਿ ਰੱਬ ਦਾਤਾਂ ਦਾ ਮਾਲਕ ਆ, ਉਹ ਦਾਤਾਂ ਦੇਣ ਵਾਲਾ ਹੈ। ਇਸੇ ਕਰਕੇ ਦਾਤ ਪਿਆਰੀ ਵਿਸਰਿਆ ਦਾਤਾਰਾ। ਦਾਤਾਂ ਚੰਗੀਆਂ ਲੱਗਦੀਆਂ ਨੇ, ਦਾਤਾਰ ਦੇ ਨਾਲ ਕੋਈ ਰਿਸ਼ਤਾ ਨਹੀਂ। ਕੋਈ ਨਹੀਂ ਮੰਗਦਾ ਗੁਰਦੁਆਰੇ ਜਾ ਕੇ, ਜੀ ਹੇ ਸੱਚੇ ਪਾਤਸ਼ਾਹ ਮੈਨੂੰ ਨਿਤਨੇਮ ਬਖਸ਼ ਦਿਓ, ਮੈਨੂੰ ਇੰਨੀ ਕੁ ਸਮੱਤ ਬਖਸ਼ੋ, ਮੈਂ ਤੁਹਾਡੇ ਗੁਰੂ ਸ਼ਬਦ ਦੀ ਵਿਚਾਰ ਸਮਝਣ ਲੱਗ ਪਵਾਂ। ਹੇ ਸਤਿਗੁਰੂ ਜੀ ਮੈਨੂੰ ਮੱਤ ਦਿਓ ਕਿ ਮੇਰਾ ਮਨ ਨਿਰਮਲ ਹੋ ਜਾਵੇ। ਕਦੀ ਕਿਸੇ ਨੇ ਮੰਗਿਆ ਨਾ। ਮਨੁੱਖ ਤੇ ਹੀ ਮੰਗੀ ਜਾਂਦਾ। ਪੁੱਤਰ ਵੀ ਸੱਚੇ ਪਾਤਸ਼ਾਹ ਪੁੱਤ ਦੇ ਦਿਓ, ਪੋਤਰਾ ਦੇ ਦਿਓ, ਪਦਾਰਥ ਦੇ ਦਿਓ, ਵੀਜ਼ੇ ਲਵਾ ਦਿਓ, ਫਲਾਨਾ ਕਰ ਦਿਓ, ਫਲਾਨਾ ਕਰ ਦਿਓ। ਗੰਦਗੀ ਮੰਗੀ ਜਾ ਰਹੇ ਆ, ਚਿੱਕੜੀ ਮੰਗੀ ਜਾ ਰਹੇ ਆ। ਤੇ ਜਦੋਂ ਮੰਗਣਾ ਹੀ ਚਿੱਕੜ ਆ, ਮੰਗਣੀ ਹੀ ਗੰਦਗੀ ਹੈ, ਤੇ ਜਿੱਥੇ ਗੰਦਗੀ ਸੁੱਟਾਂਗੇ ਉੱਥੇ ਵੀ ਤੇ ਗੰਦਗੀ ਪਊਗੀ ਨਾ।
जग हौमै मैल दुख पाया। सब कहते ये जगत ने, सारे संसार ने हौमे दी मैल दे कारण ही सदा ही दुख पाया है, क्योंकि मल लागी दूजे पाए। माया दे पदार्थां दे विच प्यार पैण करके जगत विकारां दी मैल जिहड़े विच मैला होया पिया है। सारे संसार दे अंदर विकारां दी मैल चंबड़ी पई है। ये विकार मनुख दे अंदर राज कर रहे ने। मल हौमै धोती किवें ना उतरै, जे 100 तीर्थ नहाए। अगलियां पंक्तियां बड़े साफ स्पष्ट बचन ने गुरु अमरदास साहब जी दे। सब कहते एक गल मेरी कन खोल के सुन ला मेरे वीर, मेरे भरा, मेरी भैन। मल हौमै धोती किवें ना उतरै। किवें दा अर्थ आ किस तरीके नाल भी, किसी भी तरीके नाल भी। जे किवें हुंदा वावे नूं ला हुंदी फिर हुंदा सी किस तरह। जदों किवें दलाइयां नाल उचारिया है इहदा अर्थ है किसी भी तरीके नाल। सब कहंदे मल हौमै धोती किवें ना उतरै, जे 100 तीर्थ नहाए। सब कहंदे जे मनुख तू 100 तीर्थां दे उत्ते नहाउंदा भी फिरे, इशनान भी करदा फिरे। साफ बचन ने ना, कोई इच लुके बचन ते कोई गल नहीं ना, हर मनुख दे पल्ले पैण वाली बात आ। सब कहंदे जे तू 1,000 तीर्थां दे उत्ते नहाउंदा फिरे, भी अज मैं फलाने सरोवर चलिया इशनान करन, अज मैं फलाने तीर्थ ते चलिया। सब कहंदे नहाउंदा फिरे। किवें मल हौमै धोती किवें ना उतरै, जे 100 तीर्थ नहाए। भावें तू 1,000 तीर्थां दे उत्ते नहाउंदा फिरे, अजिहा कोई भी तरीके करन दे नाल भी ये हौमे दी मैल तेरे मन तो दूर नहीं होनी। तू बाहर दे जिन्ने मर्जी कर्म कांड करी जा, जिन्ने मर्जी बाहर दे पखंड करी जा, जिन्ने मर्जी मस्सियावां नहाई जा, पूर्णमासियां नहाई जा, जिन्ने मर्जी जाके सरोवरां दे कंढियां ते इशनान करी जा, तीर्थां ते नहाई जा। सब कहते मन उत्तों विकारां दी मैल नहीं लथनी। साहब जी ने बचन बड़ा प्यारा किया। जपजी साहब के बचन ने ना रोज़ साडे सामने सन्मुख हुंदे ने। सब कहते तीर्थ नहावां मैं, तीर्थां ते जाके तां नहावां जे तिस भावां, जे इवें करन दे नाल मैं परमात्मा नूं चंगा लग जावां। पर सब कहते गल नहीं कोई बननी। क्यों? विण पाणे के नाए करी। क्योंकि जब तक मैं उहदा हुक्म ही नहीं मनदा, उहदी रज़ा नहीं मनदा, उहदा भाणा नहीं मनदा, बाहर दे इशनान करी जावां खां, इहदे नाल गुरु नहीं खुश होना। साहब जी ने एक बचन होर किया गुरु ग्रंथ साहिब दे विच, होर गल थोड़ी पल्ले पै जावे, पकड़ च आ जावे, क्योंकि इहदे उपर बड़ा बाल विवाद आ, बड़ा भुल भुलेखे पा दिते ने, बड़ा कुछ साडे अंदर इहदे प्रति खड़ा कर दिता है। चंद को लोगों ने देखो जी सरोवरां दे बारे बोलते हैं, सरोवरां दे बारे नहीं बोल रहे ना। हर एक वो सरोवर मुबारक आ जिहड़ा सतगुरु गुरुदेव जी महाराज जी ने अपने मुबारक हत्थां नाल बनाए। पर सरोवर का केंद्रीय भाव की है, की डेफिनेशन है सरोवर की? जे हरमंदर साहिब दे विच सरोवर आ, उहदी डेफिनेशन की है? सरोवर प्रवान ने, सरोवर निर्मल ने, च कोई दूसरी राय नहीं। पर की सरोवरां दी बाहर दा इशनान क्यों? पहली गल तो यह कि बौलियां ते सरोवर सतगुरु जी ने क्यों बनाए ने? एक गल चेते रखियो, सरोवर ते बौलियां बनाउण दा जिहड़ा गुरु साहब दा मकसद सी ना, बड़ा ही इनकलाबी मिशन सी। खड़े पानी दे विचों तुसीं अज भी किते सनातन मत दे जिहड़ी मनु सिमरतियां पढ़ के देखो ना, उह च इह गल लिखी है कि शूदर कदी भी खड़े पानी चों इशनान नहीं करूगा। खड़े पानी दे विचों इशनान केवल तां केवल ब्राह्मण करूगा। खूहां दे विचों, बौलियां दे विचों, सरोवरां दे विचों, इथों ईवन इथों तक कि पानी पीण दा अधिकार, साफ ते निर्मल पानी पीण दा अधिकार ब्राह्मण नूं है पहल दे आधार ते। सतगुरु साहिब जी ने, धन साहिब श्री गुरु अमरदास साहिब जी ने, धन गुरु रामदास साहिब जी ने, सब तो पहला गुरु अमरदास साहिब जी ने बौली बनवाई गोइंदवाल साहिब की धरती ते, ताकि हर एक मनुख नूं पानी मिल सके। सब तो पहली जरूरत मनुख की पहली नीड वाटर आ, पानी आ।
ਤੇ ਪਾਣੀ ਨਿਰਮਲ ਹੋਵੇ, ਜਿਹਦੇ ਉੱਪਰ ਕਿਸੇ ਦਾ ਅਧਿਕਾਰ ਨਾ ਹੋਵੇ, ਕੋਈ ਆਪਣੀ ਮਰਜ਼ੀ ਨਾਲ ਉਸ ਪਾਣੀ ਨੂੰ ਕਬਜ਼ੇ ਵਿੱਚ ਕਰਕੇ ਨਾ ਬੈਠੇ। ਸਿਆਣੇ ਕਹਿੰਦੇ ਨੇ ਆਉਣ ਵਾਲਾ ਵਿਸ਼ਵ ਯੁੱਧ ਜੇ ਕਿਤੇ ਹੋਇਆ ਤੇ ਪਾਣੀਆਂ ਤੇ ਆਉਣਾ ਹੈ। ਸੱਚ ਜਾਣਿਓ ਪਾਣੀਆਂ ਦੀ ਲੜਾਈ ਵੱਧਦੀ ਜਾ ਰਹੀ ਹੈ, ਦਿਨ ਪ੍ਰਤੀ ਦਿਨ ਵੱਧ ਰਹੀ ਹੈ ਨਾ ਅੱਜ ਵੀ। ਹੁਣ ਸਤਿਗੁਰੂ ਜੀ ਨੇ ਬੌਲੀ ਦਾ ਨਿਰਮਾਣ ਕੀਤਾ, ਪਰ ਸਾਡੀ ਕੌਮ ਦੀ ਤਰਾਸਦੀ ਹੈ। ਅਸੀਂ ਗਿਆਨ ਤੋਂ ਵੀ ਹੁਣੇ ਕਰਕੇ ਬਿਠਾ ਦਿੱਤੇ ਆ। ਉੱਥੇ 84 ਪੌੜੀਆਂ ਨਾਲ ਇਹ ਜੋੜ ਦਿੱਤਾ ਵੀ ਇੱਥੇ ਬਹਿ ਕੇ 84 ਕੱਟੀ ਜਾਂਦੀ ਹੈ। ਹੱਦ ਹੋ ਗਈ ਹੈ। ਸਤਿਗੁਰੂ ਕਿਤੇ ਸਮੱਤ ਬਖਸ਼ ਦਵੇ, ਕਿਤੇ ਸੂਝ ਬਖਸ਼ ਦਵੇ, ਕਿਤੇ ਸਮਝ ਬਖਸ਼ ਦਵੇ, ਸਾਡੇ ਪੱਲੇ ਕਿਤੇ ਗੁਰੂ ਦੀ ਮੱਤ ਪੈ ਜਾਵੇ। ਹੁਣ ਉਸ ਪਾਣੀ ਦੇ ਵਿੱਚ, ਖੜੇ ਪਾਣੀ ਦੇ ਵਿੱਚ ਸਾਰੀਆਂ ਗੁਰੂ ਦੀਆਂ ਸੰਗਤਾਂ ਇਸ਼ਨਾਨ ਕਰਦੀਆਂ ਨੇ। ਪਾਣੀ ਵੀ ਉੱਥੋਂ ਵਰਤਿਆ ਜਾਂਦਾ ਸੀ ਪੀਣ ਲਈ, ਤਾਂ ਕਿ ਸਾਰੇ ਰਲ ਮਿਲ ਕੇ ਚੰਗੇ ਸਮੇਂ ਦਾ, ਚੰਗੇ ਭਵਿੱਖ ਦਾ ਨਿਰਮਾਣ ਕਰੀਏ। ਸਤਿਗੁਰੂ ਸਾਹਿਬ ਧੰਨ ਸ੍ਰੀ ਗੁਰੂ ਅਮਰ ਅਰਜਨ ਦੇਵ ਜੀ, ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਸਰੋਵਰ ਬਣਾਇਆ। 52 ਵੱਖ-ਵੱਖ ਕਿਸਮ ਦੇ ਕਿਰਤੀ ਜਦੋਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਲਿਆ ਕੇ ਇਹਨੂੰ ਇੱਕ ਉਦਯੋਗਿਕ ਤੌਰ ਤੇ ਵੱਡਾ ਵਪਾਰਕ ਮੰਡਲ ਦੇ ਨਗਰ ਬਣਾਇਆ। ਉੱਥੇ ਹੁਣ ਪਾਣੀ ਦੀ ਸੁਵਿਧਾ ਵੀ ਚਾਹੀਦੀ ਸੀ। ਸਤਿਗੁਰੂ ਜੀ ਨੇ ਸਰੋਵਰ 5 ਤਿਆਰ ਕੀਤੇ, ਉਹਨਾਂ ਦੇ ਨਾਮ ਅੰਕਿਤ ਕੀਤੇ, ਤਾਂ ਕਿ ਹਰ ਇੱਕ ਦਾ ਪਾਣੀ ਦਾ ਪ੍ਰਬੰਧ ਪਹਿਲ ਦੇ ਆਧਾਰ ਤੇ ਹੋਵੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸਰੋਵਰ ਦੇ ਵਿੱਚ ਹਰਿਮੰਦਰ ਸਾਹਿਬ ਦਾ ਨਿਰਮਾਣ ਇਸ ਕਰਕੇ ਕੀਤਾ ਤਾਂ ਕਿ ਸਿੱਖ ਸੰਗਤਾਂ ਜਿਹੜੀਆਂ ਇੱਥੇ ਆਉਣ ਉਹਨਾਂ ਨੂੰ ਚੰਗੀ ਆਵਾਯੂ ਮਿਲੇ, ਚੰਗਾ ਇਨਵਾਇਰਮੈਂਟ ਮਿਲੇ, ਪਾਣੀ ਦਾ ਪ੍ਰਬੰਧ ਉਹਨਾਂ ਦਾ ਮੁਕੰਮਲ ਹੋਵੇ। ਵਿੱਚੇ ਧੰਨ ਗੁਰੂ ਗ੍ਰੰਥ ਸਾਹਿਬ ਦਾ, ਤਾਂ ਕਿ ਜਿਹੜਾ ਸਾਊਂਡ ਸਿਸਟਮ ਆ, ਜਦੋਂ ਪਾਣੀ ਤੋਂ ਟਕਰਾ ਕੇ ਆਵਾਜ਼ ਜਦੋਂ ਬਾਹਰ ਜਾਂਦੀ ਹੈ ਉਹਨੂੰ ਮਾਈਕ ਦੀ ਲੋੜ ਨਹੀਂ ਪੈਂਦੀ। ਇਹ ਤੇ ਮਾਈਕ ਅੱਜ ਜਿਹੜੇ ਸਾਡੇ ਸਾਹਮਣੇ ਆ ਗਏ ਨੇ। ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਐਸੇ ਮਹਾਨ ਇੰਜੀਨੀਅਰ ਸਨ, ਜਦੋਂ ਉਹਨਾਂ ਨੇ ਹਰਿਮੰਦਰ ਸਾਹਿਬ ਜੀ ਦੀ ਇਮਾਰਤ ਦਾ ਨਿਰਮਾਣ ਕਰਾਇਆ ਹੈ, ਉਹਨਾਂ ਨੇ ਸਾਊਂਡ ਸਿਸਟਮ ਹਰ ਇੱਕ ਪੱਖ ਤੋਂ ਤਾਂ ਉਹ ਸਰੋਵਰ ਦੇ ਵਿੱਚ ਬਣਾਇਆ, ਪਾਵਨ ਸੱਚੇ ਪਾਤਸ਼ਾਹ ਦਾ ਦਰਬਾਰ, ਤਾਂ ਕਿ ਜਦੋਂ ਇੱਥੇ ਬਹਿ ਕੇ ਗੁਰੂ ਦੇ ਕੀਰਤਨੀਏ ਕੀਰਤਨ ਕਰਨ, ਈਕੋ ਦੀ ਆਵਾਜ਼ ਪਾਣੀ ਨਾਲ ਟਕਰਾ ਕੇ ਸੰਗਤਾਂ ਤੱਕ ਪਹੁੰਚੇ। ਆਵਾਜ਼ ਪਾਣੀ ਨਾਲ ਟਕਰਾ ਕੇ ਸੰਗਤਾਂ ਤੱਕ ਪਹੁੰਚੇ ਤੇ ਉਹ ਨਿਰਮਲ ਤੇ ਬੜੀ ਮਿੱਠੀ ਆਵਾਜ਼ ਹੋਵੇ, ਹਰ ਇੱਕ ਤੱਕ ਪਹੁੰਚੇ। ਹੁਣ ਇਹ ਗੱਲਾਂ ਤੇ ਸਾਨੂੰ ਕੋਈ ਦੱਸ ਨਹੀਂ ਰਿਹਾ, ਤੇ ਸਾਡੇ ਅੰਦਰ ਕਰਮ ਕਾਂਡ ਵੇਖੋ ਜੀ। ਸਰੋਵਰਾਂ ਬਾਰੇ ਕਹਿ ਦਿੱਤਾ, ਮਾਫ ਕਰਨਾ, ਸਰੋਵਰ ਦਾ ਸਿਧਾਂਤ ਤੇ ਸੱਚੇ ਪਾਤਸ਼ਾਹ ਬਾਣੀ ਚ ਕਹਿ ਰਿਹਾ, ਕਹਿੰਦੇ ਤੀਰਥਾਂ ਤੇ ਨਹਾ ਰਿਹਾ ਏ, तीर्थ जाओ तो हों करते, पंडित पूछो माया राते। सतगुरु कहते जल के मज्जन जे गत होवै, नित नित मैंडक नहावै। कहते जे सरोवरां दे इशनान करन नाल, पानी च इशनान करन नाल, तीर्थां दे कंढियां ते इशनान करन नाल ही जे मन निर्मल होना हुंदा, फिर ते डड्डू ते रोज नहाउंदा है उत्थे। सतगुरु कहते गुरु शब्द साफ बचन कहे ने, मल हौमै धोती किवै न उतरै। सब कहते भावें लखां इशनान करी जा, तीर्थां दे हज़ारां 100 तीर्थां दे उपर भ्रमण करी जा, खां चुभियां लाई जा, डोबे लाई जा, पर चेता रखी ये हौमे दी मैल ये तीर्थां दे कंढियां ते जाके नहीं निर्मल होनी, ये लथनी नहीं, सगों इन्हें होर चढ़ जाना है। मल हौमै धोती किवें ना उतरै, जे सो तीर्थ नहाए। जे मनुख 100 तीर्थां उत्ते भी इशनान करे तां भी अजिहे किसे तरीके नाल ये हौमे दी मैल धोतियां मन तो दूर नहीं हुंदी। ये जद तक हौमे दी मैल तू नहीं धोंदा, ये बाहर दे कर्म कांडां नाल दूर नहीं होनी। हुण अगलियां पंक्तियां, बहु बिद कर्म कमावंदे, दूणी मल लागी आए। आ साडा हाल आ, हंकार ते ईरखा नाल कौड़े बोलां नाल भरे पए आ। बहु बिद कर्म कमावंदे, बहु बिद बब्बे नूं सियारी, धद्दे नूं सियारी, बिद, बिद दा अर्थ आ किस्मां दे, कई किस्मां दे। बहु कई, बिद किस्मां दे, बहुत किस्मां दे कर्म कमावंदे। मनुख धार्मिक कर्म कांड कर रहे हन, दूणी मल लागी आए। पर हो की रिहा है? इस तरह सगों अगे नालों भी होर दूणी मैल मन ते चढ़ती जा रही है। गुरु अमरदास साहब जी बचन समझा रहा है, कहते हो की रिहा है? मनुख बाहर दे धार्मिक कर्म कांड बहुतात मात्रा च कर रहा है,
पर असर नहीं हो रहा मन ते। की हो रहा? दूणी मन लागी आए, सगों होर दूड़ी होर ज़्यादी मैल इस मन ते चंबड़ती जा रही है। कदी इत्थे एक उदाहरण, एक एग्जाम्पल देना चाहुंदा। जिन्ने मनुख धर्म का दावा करने वाले अंदरों कौड़े ने ना, माफ़ करना चाहिए तो ये सी गुरु दे कोल बह के गुरु वर्गे बनते, जीवन विच मिठास हुंदी। साडे बोलां नूं कोई सुन के कहंदा वाह सदके जावां वो गुरु दिया सिखा तेरे ते, तू गुरु जी दे कोल बैठना, तेरे बोल इहो जे ने जिहड़े दिल नूं छू लैंदे ने, तू सचमुच गुरु दे नाल लग के गुरु वाला बन गया है। पर अज की हो रहा है? अज जिसने धर्म का बाणा पाया, अज नफरत होंदी जा रही है इस बाणे तो। क्यों? क्योंकि बाणा पाउण वाला मनुख पखंडी ते कर्मकांडी ते अज अंदरों बेईमान हो चुके हैं। सब कहते बाहर दे कर्म कांडां ते पखंड ते बड़ा जोर दिता जा रहा है, पर इत्थों मैल नहीं लथणी जब तक बचन नहीं गुरु का कमाउंदा। दूणी मल लागी आए, सगों दूणी मैल होर हौमे दी चढ़ी जाती है। अगलियां पंक्तियां, पढ़िए मैल न उतरै, पुछो ज्ञानिया जाए। वाहिगुरू, कोई भी बचन गुरु अमरदास साहब ने छड्डिया ही नहीं। हैरान होना मैं, हर एक बचन खोल के रख दिते ने। कहंदे जिन्ने मर्जी पाठ पढ़ी जा, जिन्नियां मर्जी धार्मिक पुस्तकां पढ़ी जा, लिटरेचर पढ़ी जा, किताबां पढ़ी जा, जे सोचें कि ये बाहर दी पढ़ाई दे नाल मन निर्मल होवेगा। पढ़िए मैल ना उतरै, जिन्ना मर्जी पढ़ी जा, पढ़िया नहीं मैल लथनी। पुछो ज्ञानिया जाए, सूझवान समझदार धर्म की तल ते तुरन वाले, जीवन बनाउण वाले उस महान ज्ञानिया नूं भावें जाके पुछ ला तू। मन मेरे गुर शरण आवे तां निर्मल होए। क्या बात है, किन्ना प्यारा बचन लिया के पातशाह जी ने कमाल की है। कहंदे मन मेरे, जे तू गुरु दे चरनां विच आके अपने आप नूं समर्पण करेगा, अपनी मत नूं गुरु जी दी मत मुताबक तोरेगा, अपनी हौमे विकार जिंदगी नूं खत्म कर देवेगा, गुरु जी दे चरनां विच समर्पण कर देवेगा, तां निर्मल होवे, तां ये मन निर्मल होवेगा। मन मुख हर हर कर थके, मैल न सकी धोए। मन की मत पिछे लगन वाले मनुख रब रब वाहिगुरू मूँह तो करके थक चुके ने, पर ये विकारां दी मैल नहीं उन्हां तो लथी, क्योंकि वो अंदरों मैले ही सन। मन मैले। तीसरा बंद अज दे पावन शब्द का दूसरा बंद, सब कहंदे मन मैले भगत न होवई। मन नन्ने नूं सिहारी है, मैल है मम्मे ते भी दलाइयां ने, लल्ले ते भी दलाइयां ने। भगत तत्ते नूं सिहारी है, भाव भगती ना नहीं होवई हो सकती। नाम, नाम का अर्थ आ हुक्म, परमात्मा का हुक्म, परमात्मा का प्रेम ना पाया जाए, नहीं मिल सकता। सब कहते चेता रखी, जे मैं मेरी ते हौमे दी मैल नाल तेरा मन जिहड़ा भरिया होया है ना, हौमे दी मैल नाल भरे हुए मन दे राही, बड़े साफ वचन गुरु जी कह रहे, कहते हौमे दी मैल नाल भरे हुए मन दे राही जे तू परमात्मा दी भगती करनी चाहुंदा है ते चेता रखी, ये भगती स्वीकार नहीं होनी गुरु दे घर विच। सब कहते मन मैले सब किश मैला, तन धोते मन हच्छा ना होई सी। जे मैं सेवा कर रहा मेरा मन मैला वा ना, तो सच जानियो मैं सेवा भी मैली कर दी है। सतगुरु गुरु कलगीधर पातशाह जी ने औरंगजेब नूं एक गल कही सी, कहंदे ए औरंगजेब मैं मन लेना तू नमाजी बहुत वड्डा है। बहुत पाठ पूजा करता सी औरंगजेब, बहुत नमाज़ां पढ़ता सी, रोज़े भी रखता सी, पूरा टाइम का पाबंद सी अपने। सब कहंदे औरंगजेब मैं मनदा तू बहुत वड्डा धर्म का दावेदार आ, तू 5 नमाजी है, तस्बीह भी फेरदा है, रोज़े भी रखदा है, कुरान शरीफ का बहुत वड्डा ज्ञाता विद्वान भी है तू। पर सच जानी तेरे झूठ ने, तेरी बेईमानी ने, तेरी गदारी ने, तेरी गंदगी ने
तेरियां 5 नमाज़ां भी मैलियां कर दित्तियां ने। तू एक पाक मुसलमान नहीं, तू नापाक मुसलमान बन के है। तो मुसलमान दे अर्थ भी नहीं समझ सकिया। औरंगजेब नूं ये गल जदों गुरु गोबिंद सिंह दी मिली ना, पता लगी, जदों चिट्ठी पहुंची गुरु गोबिंद सिंह महाराज जी दी, ते वो कई दिन सुता नहीं, इसे ही सदमे विच उहदी मौत हुई सी। क्योंकि धन गुरु गलगीधर पातशाह जी ने साफ बचना च कहा, सतगुरु साहिबान भी कहंदे तू पाठ करी जा। अज मेरियां भैणां वीर हत्थ विच गुटका फड़ के आ गुरद्वारियां दे विच मैं कई वारी देखदा कीर्तन चल रहा हुंदा ते उत्थे नुक्कर विच बह के पाठ करदे हुंदे, गुटका लैके पाठ कर रहा। कीर्तन का कोई मतलब नहीं, अपना बटन पढ़ के फिर घर दे विच जे पाठ कर रहे हैं, बाणी पढ़ रहे हैं, मूँह तो ध्यान हैगा वा कि मेरे आले दुआले की कर रहा, कोई कंसनट्रेशन ही नहीं की। सब कहते मन मैले भगत ना होवी, मैले मन दे नाल परमात्मा की भगती नहीं हो सकती, नाम ना पाया जाए। तो इस हिरदे दे विच परिपूर्ण परमात्मा की भगती, उहदा नाम नहीं टिक सकता। अज यही तो गल है। अज सच बोलण वाला जिहड़ा प्रचारक है, जिहड़ा सिद्धांत ते गल कर रहा, उहदी विरोधता करने वाले कौन ने? जिहड़े अंदरों फिटकारे पे ने। उन्होंने पता है कि ये जो बोल रहा सही बोल रहा है, पर मेरे को वो सही गल बर्दाश्त नहीं हो रही, तो मैं विरोध च खलोता है। हद हो गई है। गुरबाणी की विरोधता हो रही है। देखो, गुरबाणी विचार की विरोधता हो रही है, सच की विरोधता हो रही है। सब कहते मन मैले भगत ना होवे, नाम ना पाया जाए। मन मुख मैले, मैले मूए जासन पत गवाए। कहती मत दी मत पिछे लगन वाले सब कहते जिहड़े मनमुख ने ना, वो अंदरों मैले ने, उन्हां दा मन गंदा है, ते वो मैले ही अपनी आत्मिक मौत सहेड़ लेंदे हन। उन्हां दी आत्मा, उन्हां दी ज़मीर मर जाती है, जासन पत गवाए, ते सदा बेपत हो के ही इस संसार तो तुर जाते हैं। आ तुसीं आ देख लिओ, कल परसों का तुसीं वेख ही रहे हो समाचार। ये जिहड़े अपने आप नूं सो कॉल्ड अकालियां दा झंडा लैके तुरन वाले, ये जिहड़े वड्डे वड्डे लीडरां दे अज कबाड़े जिहड़े ने, तुसीं हालात देख लो इन्हां दे। कोई सुच्चा बनिया फिरदा है ते कोई सौदा, सच्चा सौदा बनिया फिरदा है। अंदरों की निकल रहा है? गंदगी दे भरे ख्याल। ये नहीं कि इन्होंने अमृत नहीं छकिया, गात्रे इन्होंने भी पाए ने, ये भी जाके मत्थे टेकते हैं, पर हौमे नाल भरे पे ने, गंदगी नाल भरे पे ने। मनमुख मैले, मैले मूए, मन की मत पिछे लगन वाले मनुख मैले ने, ते उन्हां दा ज़मीर मर जाता है। मैले मूए इस मैल दे पिछे लग के अंदरों मर जाते ने। आत्मिक उन्हां आत्मा की मौत हो जाती है, जासन पत गवाए, ते सदा बेपत हो के ही दुनिया तो जाते हैं। गुर प्रसादी मन वसै, मल हौमै जाए समाए। सब कहते गुरु जी की कृपा नाल, जे तू गुरु जी नूं समर्पण कर देवें, गुरु की मत लै लवें, गुरु के उपदेश नूं फॉलो करें, गुरु की मत ते जीवन नूं तोरें, फिर की होवेगा? मन वसै, मन दे विच सच्चाई वसन लग पवेगी, सच वसन लग पवेगा। मल हौमै जाए समाए, ते मन उत्तों मैल हौमे की लथ जाएगी, मैं दा सुभाव खत्म हो जाएगा, तेरी तेरी जीवन विच उजागर हो जाएगा, तू करता तू हुआ वाली अवस्था बन जाएगी। जाए समाए, फिर सदा वास्ते परमात्मा दे हुक्म विच, परमात्मा दे प्रेम दे विच, उहदे गुणां दे विच लीन हो जाएगा। ज्यों अंधेरा दीपक बालीए, त्यों गुर ज्ञान अज्ञान तजाए। बहुत ही प्यारे बचन ने। सब कहते ज्यों जिवें अंधेरा है, अंधेरे विच दीपक दीवा बाली है, बाल लईदा है, त्यों तिवें गुर गुरु दे ज्ञान अज्ञान तजाए, अज्ञानता मिट जाती है। सब कहते जिवें घुप अंधेर होवे ना, उहदे विच दीवा बाल लिया जावे ते अंधेरा दूर हो जाता है। तिवें जदों गुरु की मत का ज्ञान, गुरु की बख्शिश का दीवा, गुरु के ज्ञान का दीवा जदों इस हिरदे घर दे विच जग जाता वा ना, तो उदों मनुख दे अंदरों हौमे, अहंकार, लापरवाही, फिर अंदर जिहड़ा वा भरम, भुलेखे, बेसमझी सब दूर हो जाती है। फिर अंदर ज्ञान आ जाता है,
ਸਮਝ ਆ ਜਾਂਦੀ ਹੈ, ਫਿਰ ਉਹਦੀ ਚਾਲ ਸੰਸਾਰੀਆਂ ਵਾਲੀ ਨਹੀਂ ਰਹਿੰਦੀ, ਭੇਡ ਚਾਲ 'ਚ ਨਹੀਂ ਉਹ ਪੈਂਦਾ, ਫਿਰ ਉਹਦੀ ਚਾਲ ਨਿਰਾਲੀ ਹੋ ਜਾਂਦੀ ਹੈ, ਕਿਉਂਕਿ ਉਹ ਗੁਰੂ ਦੀ ਮੱਤ 'ਤੇ ਚੱਲਦਾ ਹੈ, ਗੁਰੂ ਦੇ ਹੁਕਮ 'ਤੇ ਤੁਰਦਾ ਹੈ। ਹਮ ਕੀਆ ਹਮ ਕਰਾਂਗੇ, ਹਮ ਮੂਰਖ ਗਾਵਾਰ। ਸਭ ਕਹਿੰਦੇ ਇਸ ਮਨੁੱਖ ਦਾ ਸੁਭਾਅ ਪਤਾ ਕੀ ਹੈ, ਇਹ ਹਰ ਵਕਤ ਇਹੀ ਗਣਾਉਂਦਾ ਹੈ, ਅਸਾਂ ਕੀਤਾ ਹੈ, ਅਸੀਂ ਹੀ ਕਰ ਸਕਦੇ ਹਾਂ, ਅਸੀਂ ਇਉਂ ਹੀ ਕਰਾਂਗੇ। ਤੇ ਸਭ ਕਹਿੰਦੇ ਐਸੇ ਕਹਿਣ ਵਾਲੇ ਜਿਹੜੇ ਬੰਦੇ ਆ ਨਾ, ਉਹ ਸਦਾ ਉਜੜੇ ਰਹਿੰਦੇ ਹਨ। ਆ ਨਹੀਂ ਸੱਚਾਈ ਤਾਂ ਕਹਿ ਦਿਓ। ਅੱਜ ਇਹੀ ਕਹਿ ਰਹੇ ਨਾ, ਅਸੀਂ ਤੇ ਕਰਾਂਗੇ ਹੀ ਕਰਾਂਗੇ ਸੱਚ ਦੀ ਵਿਰੋਧਤਾ, ਭਾਵੇਂ ਜੋ ਮਰਜ਼ੀ ਹੋਵੇ, ਅਸੀਂ ਐਵੇਂ ਹੀ ਕਰਾਂਗੇ, ਅਸੀਂ ਐਵੇਂ ਹੀ ਪੱਗਾਂ ਲਾਵਾਂਗੇ, ਅਸੀਂ ਐਵੇਂ ਹੀ ਲੋਕਾਂ ਦੇ ਨਾਲ ਵਿਰੋਧ ਕਰਾਂਗੇ, ਐਵੇਂ ਹੀ ਮਾਰਾਂਗੇ, ਐਵੇਂ ਹੀ ਕਤਲ ਕਰਾਂਗੇ। ਮੈਂ ਹੈਰਾਨ ਹੁੰਦਾ ਸਤਿਗੁਰੂ ਜੀ ਦੇ ਨਾਲ ਜਿਨ੍ਹਾਂ ਦਾ ਵਿਚਾਰਾਂ ਦਾ ਵਖਰੇਵਾਂ ਸੀ। ਗੁਰੂ ਸਾਹਿਬ ਨੇ ਕਿਸੇ ਨੂੰ ਕਤਲ ਨਹੀਂ ਸੀ ਕੀਤਾ, ਸਤਿਗੁਰੂ ਨੇ ਕਿਸੇ ਦੀ ਪੱਗ ਨਹੀਂ ਸੀ ਲਾਈ, ਸਤਿਗੁਰੂ ਕੇ ਸਿੱਖਾਂ ਨੇ ਉਸ ਸਮੇਂ ਕਿਸੇ ਦੇ ਨਾਲ ਵਿਰੋਧ ਨਹੀਂ ਸੀ ਕੀਤਾ। ਹਰ ਇੱਕ ਮਨੁੱਖ ਨੂੰ ਆਪਣੀ ਵਿਚਾਰ, ਆਪਣੀ ਸਮਝ ਰੱਖਣ ਦਾ ਅਧਿਕਾਰ ਆ, ਪਰ ਜਿਹਦੀ ਸਮਝ ਗੁਰੂ ਦੀ ਮੱਤ ਦੀ ਹੈ, ਸਿੱਖ ਜਦੋਂ ਗੁਰੂ ਦੀ ਮੱਤ ਨੂੰ ਐਕਸਪਲੇਨ ਕਰੇਗਾ, ਗੁਰੂ ਦੀ ਮੱਤ ਬਿਲਕੁਲ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਰੱਖ ਦਿੰਦੀ ਹੈ। ਅੱਜ ਅਸੀਂ ਉਸ ਗੁਰੂ ਦੀ ਮੱਤ ਦੇ ਵਿਰੋਧੀ ਜਿਹੜੇ ਨੇ, ਉਹ ਇਹੀ ਕਹਿ ਰਹੇ, ਹਮ ਕੀਆ, ਅਸੀਂ ਕੀਤਾ, ਅਸੀਂ ਲਾ ਲੀਆਂ ਪੱਗਾਂ, ਅਸੀਂ ਕਰਾਂਗੇ, ਕਰਦੇ ਹੀ ਰਵਾਂਗੇ। ਹਮ ਮੂਰਖ ਗਾਵਾਰ। ਸਭ ਕਹਿੰਦੇ ਐਸੇ ਮੂਰਖ ਬੰਦੇ ਉਜਾੜਾ ਹੀ ਪਾਉਣਗੇ, ਉਜੜੇ ਆਪ ਰਹਿਣਗੇ, ਹੋਰ ਵੀ ਉਜਾੜੇ ਪਾਉਣਗੇ। ਕਰਨਾ ਵਾਲਾ ਵਿਸਰਿਆ, ਸਾਡੀ ਵੀ ਇਹੀ ਹੈ ਨਾ, ਆ ਮੈਂ ਕੀਤਾ ਜੀ, ਮੈਂ ਨਾ ਕਰਦਾ, ਉਸ ਬੰਦੇ ਦੀ ਬਾਂਹ ਨਾ ਫੜਦਾ ਤੇ ਅੱਜ ਉਹਨੇ ਭੁੱਖੇ ਰੁਲਦੇ ਫਿਰਨਾ ਸੀ। ਆ ਮੈਂ ਕੀਤਾ ਜੀ, ਆ ਮੈਂ ਇਹ ਕੀਤਾ, ਮੈਂ ਗੁਰਦੁਆਰੇ ਦੀ ਨੀਂਹ ਰੱਖੀ, ਮੈਂ ਗੁਰਦੁਆਰਾ ਬਣਾਇਆ, ਮੈਂ ਆਹ ਕੀਤਾ। ਸਾਡੇ 'ਚ ਵੀ ਇਹੀ ਕੁਝ ਚੱਲੀ ਜਾਂਦਾ। ਸਭ ਕਹਿੰਦੇ ਉਜੜੇ ਨੇ ਐਸੇ ਮਨੁੱਖ। ਕਰਨਾ ਵਾਲਾ ਵਿਸਰਿਆ, ਦੂਜੇ ਭਾਏ ਪਿਆਰ। ਕਰਨ ਵਾਲਾ ਜਿਹੜਾ ਸਭ ਕੁਝ ਬਣਾਉਣ ਵਾਲਾ ਪਰਮਾਤਮਾ, ਉਹ ਵਿਸਰਿਆ ਜੀਵਨ 'ਚੋਂ ਤੇ ਮਾਇਆ ਦੇ ਪਿਆਰ ਦੇ ਵਿੱਚ ਇਹ ਫਸਿਆ ਪਿਆ ਹੈ, ਮਾਇਆ ਦੇ ਮੋਹ ਵਿੱਚ ਫਸਿਆ ਪਿਆ ਹੈ। ਸਭ ਕਹਿੰਦੇ ਮਾਇਆ ਜੇ ਵਡ ਦੁੱਖ ਨਹੀਂ, ਸਭ ਭਵ ਥਕੇ ਸੰਸਾਰ। ਸਭ ਕਹਿੰਦੇ ਸਾਰੀ ਦੁਨੀਆ ਦੇ ਵਿੱਚ ਘੁੰਮ ਫਿਰ ਕੇ ਵੇਖ ਲਓ, ਹਰ ਇੱਕ ਦੇ ਘਰ ਵਿੱਚ ਝਾਤੀ ਮਾਰ ਕੇ ਵੇਖ ਲਓ, ਮਾਇਆ ਦੇ ਪਿੱਛੇ ਤੋਂ, ਮਾਇਆ ਤੋਂ ਵੱਡਾ ਦੁੱਖ ਕੋਈ ਨਹੀਂ। ਕਿਸੇ ਦੇ ਘਰ ਬਹੁਤੀ ਹੈ, ਉਹ ਵੀ ਰੋ ਰਿਹਾ ਹੈ, ਕਿਸੇ ਦੇ ਘਰ ਥੋੜੀ ਹੈ, ਉਹ ਵੀ ਰੋ ਰਿਹਾ ਹੈ। ਬਹੁਤੀ ਵਾਲਾ ਵੀ ਰੋ ਰਿਹਾ ਹੈ, ਥੋੜੀ ਵਾਲਾ ਵੀ ਰੋ ਰਿਹਾ, ਕਿਉਂਕਿ ਜਿਹੜਾ ਵੀ ਮਨੁੱਖ ਇਸ ਮਾਇਆ ਰੂਪੀ ਜ਼ਹਿਰ ਨੂੰ ਇਕੱਠਾ ਕਰੇਗਾ, ਉਹ ਦੁਖੀ ਹੋਵੇਗਾ। ਇਹ ਨਹੀਂ ਕਿ ਮਾਇਆ ਨਹੀਂ ਚਾਹੀਦੀ। ਸਭ ਕਹਿੰਦੇ ਇਹ ਮਾਇਆ ਗੁਜਰਾਨ ਹੈ, ਇਹ ਮਾਇਆ ਪਰਿਵਾਰ ਚਲਾਉਣ ਵਾਸਤੇ ਚਾਹੀਦੀ ਹੈ, ਪਰਿਵਾਰ ਦੇ ਸੁੱਖ ਸੁਵਿਧਾਵਾਂ ਵਾਸਤੇ ਚਾਹੀਦੀ ਹੈ, ਪਰ ਬੇਈਮਾਨੀ ਦੀ ਨਹੀਂ ਚਾਹੀਦੀ, ਕਪਟ ਤੇ ਧੋਖੇ ਤੇ ਧਰੋਹ ਵਿੱਚੋਂ ਨਹੀਂ ਚਾਹੀਦੀ, ਲੋਕਾਂ ਦਾ ਖੂਨ ਪੀ ਕੇ ਨਹੀਂ ਚਾਹੀਦੀ, ਸੱਚ ਦੀ ਚਾਹੀਦੀ ਹੈ। ਪਹਿਲ ਦੇ ਆਧਾਰ 'ਤੇ ਰੱਬ ਚਾਹੀਦਾ ਹੈ, ਰੱਬ ਨਾਲ ਮਾਇਆ ਆਪੇ ਆ ਜਾਣੀ ਹੈ, ਕਿਉਂਕਿ ਮਾਇਆ ਪਰਮਾਤਮਾ ਦੀ ਚੇਲੀ ਹੈ। ਸਤਿਗੁਰੂ ਕਹਿੰਦੇ ਪਰ ਜੇ ਮੂੰਹ ਮਾਇਆ ਵੱਲ ਕੀਤਾ ਹੈ ਤੇ ਰੱਬ ਵੱਲ ਪਿੱਠ ਕੀਤੀ ਹੈ ਤੇ ਮਾਇਆ ਵੀ ਤੈਨੂੰ ਨਹੀਂ ਮਿਲਣੀ, ਇਹਨੇ ਉਜਾੜਾ ਪਾਉਣਾ ਹੈ, ਇਹਨੇ ਦੁਖੀ ਕਰਨਾ ਹੈ। ਮਾਇਆ ਜੇ ਵਡ ਦੁੱਖ ਨਹੀਂ, ਸਭ ਭਵ ਥਕੇ ਸੰਸਾਰ। ਦੁਨੀਆ ਵਿੱਚ ਮਾਇਆ ਦੇ ਮੋਹ ਜਿੱਡਾ ਹੋਰ ਕੋਈ ਵੀ ਦੁੱਖ ਨਹੀਂ। ਮਾਇਆ ਦੇ ਮੋਹ ਵਿੱਚ ਫਸ ਕੇ ਸਾਰੇ ਜੀਵ ਇਸ ਮਾਇਆ ਦੀ ਖਾਤਰ ਹੀ ਭਟਕ ਰਹੇ ਹਨ, ਖੱਪ ਰਹੇ ਹਨ, ਦੁੱਖ ਪਾਉਂਦੇ ਹਨ। ਗੁਰਮਤੀ ਸੁਖ ਪਾਈ ਹੈ, ਸੱਚ ਨਾਮ ਉਰ ਧਾਰ। ਗੁਰੂ ਦੀ ਮੱਤ ਉੱਤੇ ਤੁਰ ਕੇ, ਗੁਰੂ ਜੀ ਦੇ ਗਿਆਨ 'ਤੇ ਤੁਰ ਕੇ, ਸਦਾ ਥਿਰ ਪਰਮਾਤਮਾ ਵਾਹਿਗੁਰੂ ਦਾ ਗਿਆਨ ਜੀਵਨ ਵਿੱਚ ਵਸਦਾ ਹੈ, ਉਹਦੇ ਗੁਣ ਆ ਵਸਦੇ ਹਨ ਸਦਾ ਵਾਸਤੇ। ਫਿਰ ਮਨੁੱਖ ਦੇ ਜੀਵਨ ਵਿੱਚੋਂ ਭਰਮ ਭਟਕਣਾ ਦੂਰ ਹੋ ਜਾਂਦੀ ਹੈ, ਮਨ ਟਿਕ ਜਾਂਦਾ ਹੈ, ਅਡੋਲ ਹੋ ਜਾਂਦਾ ਹੈ ਤੇ ਆਤਮਿਕ ਆਨੰਦ ਵਿੱਚ ਮਨੁੱਖ ਦਾ ਮਨ ਟਿਕ ਜਾਂਦਾ ਹੈ। ਫਿਰ ਖੇੜਾ ਚਾਉ ਜੀਵਨ ਵਿੱਚ ਬਣ ਜਾਂਦਾ ਹੈ। ਆਖਰੀਆਂ ਪੰਕਤੀਆਂ ਪਾਵਨ ਸ਼ਬਦ ਦੀਆਂ। ਜਿਸਨੂੰ ਮੇਲੇ ਸੋ ਮਿਲੈ, ਹੋਂ ਤਿਸ ਬਲਿਹਾਰੇ ਜਾਉ। ਹੇ ਮੇਰਿਆ ਪਾਤਸ਼ਾਹ, ਮੈਨੂੰ ਤੇ ਇੱਕ ਹੀ ਗੱਲ ਸਮਝ ਪਈ ਹੈ, ਮੈਂ ਕੋਈ ਆਪਣੀ ਮੈਂ ਦੇ ਪਿੱਛੇ ਨਹੀਂ ਤੈਨੂੰ ਮਿਲਿਆ। ਜੇ ਮੈਂ ਆਖਾਂ ਕਿ ਮੈਂ ਤੈਨੂੰ ਲੱਭਿਆ ਨਹੀਂ, ਤੂੰ ਪਿਆਰ ਕੀਤਾ ਹੈ, ਤੇਰਾ ਗਿਆਨ, ਤੇਰੀਆਂ ਬਖਸ਼ਿਸ਼ਾਂ, ਤੇਰੀਆਂ ਰਹਿਮਤਾਂ ਜੀਵਨ ਵਿੱਚ ਵਸੀਆਂ ਨੇ
ਤੇ ਇੱਕ ਗੱਲ ਸਮਝ ਪਈ ਹੈ, ਤੂੰ ਹੀ ਕਿਰਪਾ ਕਰ ਲਵੇਂ, ਸਾਡੇ ਉਜੜਿਆਂ ਦੀਆਂ, ਸਾਡੇ ਟੁੱਟਿਆਂ ਦੀਆਂ ਬਾਹਾਂ ਫੜ ਲਵੇਂ, ਸਾਨੂੰ ਆਪਣੇ ਨਾਲ ਮਿਲਾ ਲਵੇਂ। ਮੇਰਾ ਸਦਕੇ ਜਾਵਾਂ ਤੇਰੇ ਤੋਂ, ਕੁਰਬਾਨ ਜਾਣ ਨੂੰ ਜੀ ਕਰਦਾ ਹੈ ਜਦੋਂ ਤੂੰ ਪਿਆਰ ਦੇ ਨਾਲ ਸਾਨੂੰ ਸਿੱਧੇ ਰਾਹ ਪਾਉਣਾ ਹੈ, ਸਾਨੂੰ ਆਪਣੇ ਘਰ ਦੇ ਨਾਲ ਜੋੜ ਲੈਣਾ ਹੈ। ਮੈਂ ਕੁਰਬਾਨ ਜਾਨਾ, ਸਦਕੇ ਜਾਨਾ ਉਹਨਾਂ ਗੁਰੂ ਕੀਆਂ ਸਿੱਖਾਂ ਤੋਂ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਸੱਚ, ਗੁਰੂ ਦਾ ਪਿਆਰ, ਗੁਰੂ ਦੀ ਮੱਤ ਵਸਾ ਕੇ ਆਪਣੇ ਜੀਵਨ ਨੂੰ ਗੁਰੂ ਦੇ ਦੱਸੇ ਰਾਹ 'ਤੇ ਤੋਰ ਲਿਆ ਹੈ। ਇਹ ਮਨ ਭਗਤੀ ਰਤਿਆਂ, ਆਹ ਜਿਹੜਾ ਮੇਰਾ ਮਨ ਆ ਹੁਣ ਹਰ ਵਕਤ ਪ੍ਰਮਾਤਮਾ ਦੀ ਪ੍ਰੇਮਾ ਭਗਤੀ ਵਿੱਚ ਰੰਗਿਆ ਰਹਿੰਦਾ ਹੈ। ਸੱਚ ਬਾਣੀ ਨਿਜ ਥਾਉ, ਸਦਾ ਅਟਲ ਰਹਿਣ ਵਾਲੀ ਸੱਚੀ ਗੁਰੂ ਸ਼ਬਦ ਦਾ ਸਿਧਾਂਤ, ਗੁਰੂ ਦੀ ਬਾਣੀ, ਉਹਦੇ ਵਿੱਚ ਮੇਰਾ ਮਨ ਵਸਿਆ ਰਹਿੰਦਾ ਹੈ। ਹੁਣ ਮੇਰੇ ਜੀਵਨ ਦੇ ਵਿੱਚ ਕੋਈ ਵਿਕਾਰਾਂ ਦਾ ਧੱਕਾ ਨਹੀਂ, ਕੋਈ ਬੇਈਮਾਨੀ ਨਹੀਂ, ਕਿਉਂਕਿ ਹੁਣ ਬਾਣੀ ਇਸ ਘਰ ਵਿੱਚ ਆ ਵਸੀ ਹੈ। ਹੁਣ ਜੀਵਨ ਆਤਮਿਕ ਅਨੰਤ ਦੇ ਖੇੜੇ ਵਿੱਚ ਟਿਕ ਗਿਆ ਹੈ। ਮਨ ਰਤੇ ਜਿਹਵਾ ਰਤੀ, ਹਰ ਗੁਣ ਸਾਚੇ ਗਾਉ। ਹੁਣ ਮੇਰਾ ਮਨ ਨੰਨੇ ਨੂੰ ਸਿਹਾਰੀ ਹੈ, ਰਤੇ ਰੰਗਿਆ ਗਿਆ ਹੈ। ਮੇਰਾ ਮਨ ਗੁਰੂ ਜੀ ਦੇ ਪ੍ਰੇਮ ਵਿੱਚ, ਗੁਰੂ ਜੀ ਦੇ ਗਿਆਨ ਵਿੱਚ, ਗੁਰੂ ਜੀ ਦੇ ਗੁਣਾਂ ਵਿੱਚ ਰੰਗਿਆ ਗਿਆ ਹੈ। ਜਿਹਵਾ ਰਤੀ, ਮੇਰੀ ਜੀਭ ਵੀ ਸੱਚ ਵਿੱਚ ਰੰਗੀ ਗਈ ਹੈ। ਹਰ ਗੁਣ ਸਾਚੇ ਗਾਉ। ਹੁਣ ਹਰ ਵਕਤ ਸੁੱਤੇ ਚਿੱਤ, ਉੱਠਦਿਆਂ ਬਹਿੰਦਿਆਂ ਸੌਂਦਿਆਂ ਜੀਭਾ ਪ੍ਰਮਾਤਮਾ ਦੇ ਹੀ ਗੁਣ ਗਾਉਂਦੀ ਹੈ, ਕਿਸੇ ਹੋਰ ਦੇ ਨਹੀਂ। ਨਾਨਕ ਨਾਮ ਨਾ ਵਿਸਰੈ, ਸੱਚੈ ਮਾਇ ਸਮਾਉ। ਸਭ ਕਹਿੰਦੇ ਉਹਨਾਂ ਨੂੰ, ਹੇ ਨਾਨਕ, ਪਰਮਾਤਮਾ ਦਾ ਨਾਮ ਫਿਰ ਕਦੀ ਵੀ ਨਹੀਂ ਭੁੱਲਦਾ ਜੋ ਪ੍ਰਭੂ ਪਰਮਾਤਮਾ ਵਿੱਚ ਲੀਨ ਰਹਿੰਦੇ ਹਨ। ਨਾਨਕ ਨਾਮ ਨਾ ਵਿਸਰੈ, ਸਾਚੇ ਮਾਇ ਸਮਾਉ। ਫਿਰ ਸਦਾ ਵਾਸਤੇ ਉਹ ਸੱਚੇ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਸਮਾ ਜਾਂਦੇ ਹਨ। ਉਹਨਾਂ ਦੇ ਅੰਦਰ ਨਿਮਰਤਾ, ਪ੍ਰੇਮ ਤੇ ਹਲੀਮੀਆ ਵਸਦੀ ਹੈ, ਜੋ ਪਰਮਾਤਮਾ ਦੇ ਹੁਕਮ ਦੇ ਵਿੱਚ, ਉਹਦੀ ਰਜ਼ਾ ਦੇ ਵਿੱਚ, ਉਹਦੇ ਭਾਣੇ ਦੇ ਵਿੱਚ ਟਿਕ ਜਾਂਦੇ ਹਨ। ਸੋ ਅੱਜ ਦਾ ਸ਼ਬਦ ਨੰਬਰ 64, ਜਿਹਦੇ ਵਿੱਚ ਸ਼੍ਰੀ ਰਾਗ ਦੇ ਬਚਨਾਂ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਨੇ ਬੜੇ ਹੀ ਖੁੱਲ੍ਹ ਕੇ ਬਚਨ ਸਮਝਾਏ ਨੇ। ਭਾਈ ਚੇਤਾ ਰੱਖ, ਜਦ ਤੱਕ ਵਿੱਚੋਂ ਹਉਮੈ ਦੀ ਮੈਲ ਨਹੀਂ ਨਾ ਤੂੰ ਕੱਢਦਾ, ਜੀਵਨ ਸੁਖੀ ਨਹੀਂ ਹੋਣਾ। ਹਉਮੈ ਨੂੰ ਖਤਮ ਕਰ, ਮੈਂ ਮੇਰੀ ਮੁਕਾ ਦੇ। ਭਾਵੇਂ ਬਾਹਰਲੇ ਜਿੰਨੇ ਮਰਜ਼ੀ ਤੂੰ ਇਹ ਕਰਮ ਕਾਂਡ ਕਰੀ ਜਾ, ਕਿਉਂਕਿ ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੇ ਇਕਠਾਏ। ਹਉਮੈ ਤੇ ਮੈਂ ਮੇਰੀ ਇਕੱਠੀਆਂ ਨਹੀਂ ਰਹਿ ਸਕਦੀਆਂ। ਜਿਹਦੇ ਵਿੱਚੋਂ ਹਉਮੈ ਜੇ ਵਸਾਉਣ ਰਹੇਗੀ, ਪਰਮਾਤਮਾ ਦੇ ਗੁਣ ਨਹੀਂ ਉੱਥੇ ਵਸਣੇ। ਜਿੱਥੇ ਪਰਮਾਤਮਾ ਦੇ ਗੁਣ ਵਸਾਉਣੇ ਨੇ, ਉੱਥੋਂ ਹਉਮੈ ਕੱਢਣੀ ਪੈਣੀ ਹੈ। 100 ਰਲ ਮਿਲ ਕੇ ਯਤਨ ਕਰੀਏ, ਆਪਣੇ ਆਪ ਦੀ ਪੜਚੋਲ ਕਰੀਏ, ਗੁਰੂ ਦੇ ਦੱਸੇ ਰਾਹ ਨੂੰ ਅਪਣਾਈਏ, ਕਿਉਂਕਿ ਇਤ ਮਾਰਗ ਚੱਲੇ ਭਾਈ ਅੜੇ, ਗੁਰ ਕਹਿ ਸੋ ਕਾਰ ਕਮਾਏ ਜੀਓ। ਤਿਆਗੈ ਮਨ ਕੀ ਮਤੜੀ, ਵਿਸਾਰੇ ਦੂਜਾ ਭਾਉ ਜੀਓ। ਇਉਂ ਪਾਵੇਂ ਹਰ ਦਰਸਾਵੜਾ, ਨਹੀਂ ਲਾਗੈ ਤੱਤੀ ਵਾਉ ਜੀਓ। ਸੋ ਗੁਰੂ ਦੀ ਮੱਤ 'ਤੇ ਵਿਚਾਰ ਕਰਦੇ ਹਾਂ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਅੱਜ ਦੇ ਦੀਵਾਨ ਵਿੱਚ ਹੋਈਆਂ ਨੇ, ਉਚਾਰਨ ਵਿੱਚ ਹੋਈਆਂ ਨੇ। ਆਪ ਗੁਰੂ ਕੀ ਪਿਆਰੀਆਂ ਸੰਗਤਾਂ ਦਾ ਕੋਟਾਨ ਕੋਟ ਸ਼ੁਕਰੀਆ, ਜਿਨ੍ਹਾਂ ਨੇ ਪਿਆਰ ਦੇ ਨਾਲ ਗੁਰੂ ਦੀ ਮੱਤ ਨੂੰ ਸਰਵਣ ਕੀਤਾ ਹੈ। ਆਓ ਰਲ ਮਿਲ ਕੇ ਇੱਕ ਪਰਿਵਾਰ ਦੇ ਰੂਪ ਦੇ ਵਿੱਚ ਇਕੱਠੇ ਹੋਈਏ। ਗਲੋਬਲ